ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਛੰਤ ਮਹਲਾ ਪੰਜਵਾਂ। ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੋਬਿੰਦ ਗੁਣ ਗਾਵਣ ਲਾਗੇ, ਹਰ ਰੰਗ ਅਨ ਦਿਨ ਜਾਗੇ। ਗੋਬਿੰਦ ਗੁਣ ਗਾਵਣ ਲਾਗੇ, ਹਰ ਰੰਗ ਅਨ ਦਿਨ ਜਾਗੇ। ਗੁਰ ਮਿਲ ਸਾਗਰ ਤਰਿਆ, ਹਰ ਚਰਨ ਜਪਤ ਨਿਸ ਤਰਿਆ। ਹਰ ਚਰਨ ਧਿਆਏ ਸਭ ਫਲ ਪਾਏ, ਮਿਟੇ ਆਵਣ ਜਾਣਾ। ਭਾਏ ਭਗਤ ਸੁਭਾਏ ਹਰ ਜਪ, ਆਪਣੇ ਪ੍ਰਭ ਭਾਵਾਂ। ਜਪ ਏਕ ਅਲਖ ਅਪਾਰ ਪੂਰਨ, ਤਿਸ ਬਿਨਾ ਨਹੀਂ ਕੋਈ। ਬਿਨਵੰਤ ਨਾਨਕ ਗੁਰ ਪਰਮ ਹੋਇਆ, ਜਤ ਦੇਖਾਂ ਤਤ ਸੋਈ। ਪਤਿਤ ਪਾਵਨ ਹਰ ਨਾਮਾ, ਪੂਰਨ ਸੰਤ ਜਨਾ ਕੇ ਕਾਮਾ। ਗੁਰ ਸੰਤ ਪਾਇਆ ਪ੍ਰਭ ਤੇ ਆਇਆ, ਸਗਲ ਇੱਛਾ ਪੁੰਨੀਆਂ। ਹਉ ਤਾਪ ਬਿਨਸੇ ਸਦਾ ਸਰਸੇ, ਪ੍ਰਭ ਮਿਲੇ ਚਿਰੀ ਵਿਛੁੰਨਿਆ। ਮਨ ਸ਼ਾਂਤ ਆਈ ਵਜੀ ਵਧਾਈ, ਮਨੋ ਕਦੇ ਨ ਵਿਸਰੈ। ਬਿਨਵੰਤ ਨਾਨਕ ਸਤਿਗੁਰ ਦਿਰੜਾਇਆ, ਸਦਾ ਭਜ ਜਗਦੀਸਰੈ। ਮਨ ਸ਼ਾਂਤ ਆਈ ਵਜੀ ਵਧਾਈ, ਮਨਹੁ ਕਦੇ ਨ ਵਿਸਰੈ। ਬਿਨਵੰਤ ਨਾਨਕ ਸਤਿਗੁਰ ਦਿਰੜਾਇਆ, ਸਦਾ ਭਜ ਜਗਦੀਸਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਅਸੀਂ ਇਸ ਸੰਧਿਆ ਦੀ ਹਾਜ਼ਰੀ ਮਾਣ ਰਹੇ ਹਾਂ। ਆਪ ਵਰਚੁਅਲ ਸਾਈਟ ਤੋਂ, ਵਰਚੁਅਲ ਫੈਸਿਲਿਟੀ ਰਾਹੀਂ ਸੰਗਤ ਵਿੱਚ ਹਿੱਸਾ ਪਾ ਰਹੇ ਹੋ। ਇਹ ਮਾਲਕ ਦੀ ਨਵਾਜ਼ਿਸ਼ ਹੈ। ਅਜੇ ਹੁਣੇ ਗੁਰਬਾਣੀ ਕੀਰਤਨ ਹੋ ਰਿਹਾ ਸੀ। ਹੁਣੇ ਸਮਾਂ ਗੁਰਸ਼ਬਦ ਵਿਆਖਿਆ ਦਾ ਹੈ। ਆਪ ਜੀ ਨੇ ਜੋ ਲੜੀਵਾਰ ਬਾਣੀ ਵਿਆਖਿਆਨ ਹੋ ਰਿਹਾ ਸੂਹੀ ਰਾਗ ਦੇ ਛੰਤਾਂ ਵਿੱਚੋਂ, ਇਸ ਚੱਲ ਰਹੀ ਛੰਤ ਦੇ ਲਾਸਟ ਦੋ ਪਦੇ ਸਰਵਨ ਕੀਤੇ ਨੇ। ਪਹਿਲੇ ਦੋ ਪਦਿਆਂ ਦੀ ਵਿਆਖਿਆ ਹੋ ਚੁੱਕੀ ਹੈ। 3 ਨੰਬਰ ਬੰਦ ਹੈ, ਜਿਹਦੀ ਅੱਜ ਅਸੀਂ ਵਿਵੇਚਨਾ ਮੀਨ ਉਹਦੀ ਇੰਟਰਪ੍ਰੀਟੇਸ਼ਨ ਦੇ ਨਾਲ, ਐਕਸਪਲੇਨੇਸ਼ਨ ਦੇ ਨਾਲ ਸਾਂਝ ਪਾਵਾਂਗੇ। ਬਚਨ ਪ੍ਰਾਰੰਭ ਕਰ ਰਹੇ ਹਾਂ। ਸਾਹਿਬ ਗੁਰੂ ਅਰਜਨ ਮਹਾਰਾਜ ਜ਼ਿਕਰ ਕਰ ਰਹੇ ਨੇ, ਗੁਰਮਿਲ ਸਾਗਰ ਤਰਿਆ, ਹਰ ਚਰਨ ਜਪਤ ਨਿਸ ਤਰਿਆ। ਗੁਰਮਿਲ ਸਾਗਰ ਤਰਿਆ ਪੋਇਟਿਕ ਵਰਡਸ ਨੇ, ਸਿੰਪਲ ਸਿੱਧੇ ਤੌਰ ਤੇ। ਇਹਦੇ ਪਿੱਛੇ ਜਿਹੜਾ ਭਾਵ ਹੈ, ਗੁਰਮਿਲ ਸਾਗਰ ਤਰਿਆ। whenever Baba Ji using word ਭਵ ਸਾਗਰ, ਸਾਗਰ, ਉਹਦਾ ਜਿਹੜਾ ਡਾਇਰੈਕਟਲੀ ਮੀਨਿੰਗ ਆ ਉਹ ਹੈਗਾ
ਜਿਹੜਾ ਸੰਸਾਰ ਹੈ ਐਜ਼ ਅ ਹਿਊਮਨ ਬੀਇੰਗ, ਸਾਡੇ ਜਿਹੜੀ ਦੁਨੀਆ ਜਿਹਦੇ ਵਿੱਚੋਂ ਸਾਡੀ ਸਫਰਿੰਗ ਆ ਰਹੀ ਹੈ, ਜਿਹਦੇ ਵਿੱਚੋਂ ਸਾਡੀਆਂ ਵਰੀਜ਼ ਆ ਰਹੀਆਂ ਨੇ, ਜਿਹਦੇ ਵਿੱਚੋਂ ਸਾਨੂੰ ਚੈਲੰਜਸ ਆ ਰਹੇ ਨੇ, ਜਿਹਦੇ ਵਿੱਚ ਸਾਡੀ ਜ਼ਿੰਦਗੀ ਦਾ ਸੁੱਖ ਸਕੂਨ, ਖੁਸ਼ੀ, ਚਾਅ, ਖੇੜੇ ਸਭ ਖਤਮ ਹੋ ਜਾਂਦੇ ਨੇ। ਦੈਟ ਇਜ਼ ਏ ਸਾਗਰ, ਇੱਕ ਇਨਵਿਜ਼ੀਬਲ ਓਸ਼ਨ ਆ ਜਿਹੜਾ ਹੈ, ਮੌਜੂਦ ਹੈ, ਪਰ ਅਸੀਂ ਸਿੱਧੇ ਤੌਰ 'ਤੇ ਨਾ ਫੜ ਸਕਦੇ ਹਾਂ, ਨਾ ਦੇਖ ਸਕਦੇ। ਜਿਹਨੂੰ ਸਾਹਿਬ ਨੇ ਬਚਨ ਇਸ ਤਰ੍ਹਾਂ ਕਿਹਾ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਜਿੱਡਾ ਸਮੁੰਦਰ ਠਾਠਾ ਮਾਰਦਾ ਹੁੰਦਾ ਹੈ, the highest body of water, so same way we have our own weaknesses. ਤੇਤੇ ਔਗਣ ਹਮਾਰੇ, our bad deeds. ਸੋ ਇਹ ਸਮੁੰਦ ਹੈ, ਸਾਗਰ ਹੈ, ਬੜਾ ਵੱਡਾ ਹੈ, ਇਹਨੂੰ ਕਿਵੇਂ ਤਰੀਏ। ਇੱਕ ਹੋਰ ਚੀਜ਼ ਦੇਖਣਾ, ਵੈਸੇ ਮਦਰ ਨੇਚਰ ਦਾ ਲਾ ਆ, ਇਸ ਨੂੰ ਅਸੀਂ ਸਿਰਫ ਤੇ ਸਿਰਫ ਜੀ ਸਕਦੇ ਹਾਂ, ਸਮਝ ਕੇ ਉਹਦੇ ਅਕੋਰਡਿੰਗਲੀ, ਜੋ ਦੀ ਗੁਰੂ ਦੀ ਮਦਦ ਆਏਗੀ ਇਹਦੇ ਵਿੱਚ, ਅਸੀਂ ਜੋ ਸਾਨੂੰ ਹੁਕਮ ਹੈ ਉਸ ਹੁਕਮ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਸਕਦੇ ਹਾਂ। ਬਟ ਸੱਚਾਈ ਇਹ ਹੈ ਕਿ ਸਾਰੇ ਲਾਅ ਨੂੰ ਅਸੀਂ ਬਦਲ ਨਹੀਂ ਸਕਦੇ, ਤਬਦੀਲ ਨਹੀਂ ਕਰ ਸਕਦੇ। ਜਿਵੇਂ ਸਪੋਜ਼ ਕਰੋ, ਸ਼ਬਦ ਅਸੀਂ ਪੜ੍ਹਦੇ ਹਾਂ ਬਾਣੀ ਦੇ ਵਿੱਚ, ਪਾਣੀ ਪਿਤਾ ਹੈ ਜਗਤ ਕਾ, ਪਾਣੀ ਹੀ ਫਿਰ ਖਾਏ। ਸਾਰੇ ਸੰਸਾਰ ਨੂੰ ਪਾਣੀ ਨੇ ਉਤਪਤੀ ਦਿੱਤੀ ਹੈ। ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਈ। ਰਿਐਲਿਟੀ ਇਹ ਹੈ, ਪਾਣੀ ਵਿੱਚੋਂ ਸਭ ਪੈਦਾ ਹੋਇਆ, ਪਾਣੀ ਵਿੱਚ ਹੀ ਖਤਮ ਹੋ ਜਾਏਗਾ। ਪਾਣੀ ਹੀ ਨਾਸ਼ ਦਾ ਕਾਰਨ ਬਣਦਾ ਹੈ। ਇੱਕ ਬੜੀ ਵੱਡੀ ਕਮਾਲ ਦੀ ਚੀਜ਼ ਹੈ। ਮਤਲਬ ਇਹ ਆ ਸਰੀਰ ਬਣਿਆ, ਇਹ ਹੈਲਦੀ ਹੈ, ਚੱਲ ਰਿਹਾ ਸਭ ਕੁਛ। ਜੇ ਨੈਚੁਰਲ ਵੇ ਨਾਲ ਦੇਖਾਂਗੇ, ਇੱਕ ਦਿਨ ਇਸੇ ਸਰੀਰ ਦੇ ਵਿੱਚ ਹੀ ਉਹ ਬੈਕਟੀਰੀਆ ਜਨਰੇਟ ਹੋਏਗਾ, ਉਹ ਸਾਰੀ ਡਿਜ਼ੀਜ਼ ਜਨਰੇਟ ਹੋਏਗੀ, ਉਹ ਸਾਰਾ ਇਸ਼ੂਜ਼ ਜਨਰੇਟ ਹੋਣਗੇ ਜਿਹੜੇ ਇਹਨੂੰ ਅੰਦਰੋਂ ਹੀ ਖਤਮ ਕਰ ਦੇਣਗੇ। ਦੈਟ ਇਜ਼ ਨੈਚੁਰਲ ਡੈਥ। ਔਰਗਨ ਜਿਹੜੇ ਹੈਗੇ ਨੇ, ਔਰਗਨ ਫੇਲੀਅਰ ਕਹਿ ਲਓ, ਐਕਸਪਾਇਰੀ ਕਹਿ ਲਓ, ਡਿਫਰੈਂਟ ਚੀਜ਼ਾਂ ਦੀ ਡਿਫੀਸ਼ੀਐਂਸੀ ਕਹਿ ਲਓ, ਜਿਹੜਾ ਹੈ ਉਹਨਾਂ ਦਾ ਵੱਧ ਜਾਣਾ ਕਹਿ ਲਓ, ਘਟ ਜਾਣਾ ਕਹਿ ਲਓ, ਆਲ ਦੀਸ ਥਿੰਗਸ। ਇਹ ਸਭ ਚੀਜ਼ਾਂ ਕੁਦਰਤ ਨੇ ਇਸ ਰੂਪ ਵਿੱਚ ਉਤਪੰਨ ਕੀਤੀਆਂ ਨੇ। ਇਨ ਬਿਨ, ਜਿਵੇਂ ਜੇ ਮਨੁੱਖੀ ਜੀਵਨ ਦੇ ਤੇਜ ਪ੍ਰਤਾਪ ਦੀ ਗੱਲ ਕਰੀਏ, ਤੇਜ ਪ੍ਰਤਾਪ ਕਿਹਨੂੰ ਚੰਗਾ ਨਹੀਂ ਲੱਗਦਾ। ਮਤਲਬ ਇਹ ਗਲੋਰੀਅਸ ਚੀਜ਼ ਹੈ ਸਾਡੀ ਹਿਊਮਨ ਲਾਈਫ ਦੇ ਵਿੱਚ। ਸਾਡੇ ਕੋਲ ਵਿਜ਼ਡਮ ਹੋਏ, ਕਰੈਕਟਰ ਹੋਏ, ਸਾਡੇ ਕੋਲ ਹਿਊਮਨ ਵਰਚੂਜ਼ ਹੋਣ, ਕੁਆਲਿਟੀਜ਼ ਹੋਣ, ਸਾਡੇ ਕੋਲ ਹਾਇਰ ਕੈਲੀਬਰ ਹੋਏ। ਹੂ ਡਜ਼ਨਟ ਵਾਂਟ ਟੂ ਇੰਜੋਏ ਇਟ? ਐਵਰੀਵਨ, ਈਚ ਐਂਡ ਐਵਰੀ ਹਿਊਮਨ ਬੀਇੰਗ ਇਜ਼ ਸੀਕਰ ਆਫ ਇਟ। ਹੋਏ ਨਾ ਹੋਏ, ਬੰਦਾ ਪ੍ਰਟੈਂਡ ਕਰਦਾ ਹੈ, ਬੰਦਾ ਇਸ ਤਰੀਕੇ ਨਾਲ ਬਿਹੇਵ ਕਰਨ ਦੀ ਟਰਾਈ ਕਰਦਾ ਹੈ। ਆਈ ਐਮ ਅ ਵੈਰੀ ਵਾਈਜ਼ ਪਰਸਨ, ਆਈ ਐਮ ਵੈਰੀ ਕਰੈਕਟਰਫੁਲ ਪਰਸਨ, ਆਈ ਐਮ ਵੈਰੀ ਐਕਚੁਅਲੀ ਪਰਸਨ ਆਫ ਵਰਚੂਜ਼। ਜੇ ਹੋਏ ਤੇ ਕਮਾਲ ਹੈ, ਪਰ ਕੌਣ ਸਾਨੂੰ ਸਟਾਪ ਕਰ ਰਿਹਾ ਹੈ ਟੂ ਓਨ ਦੀਜ਼ ਆਲ ਦੀਜ਼ ਕੁਆਲਿਟੀਜ਼? ਹੂ ਇਜ਼ ਸਟਾਪਿੰਗ ਅਸ ਟੂ ਓਨ ਦੀਜ਼ ਕੁਆਲਿਟੀਜ਼? ਨੋ ਵਨ। ਬਾਹਰੋਂ ਤੇ ਕੋਈ ਨਹੀਂ ਨਾ। ਤੁਸੀਂ ਵਾਈਜ਼ ਡਿਸੀਜਨ ਬਣਾਉਣਾ ਆ, ਤੁਸੀਂ ਕਰੈਕਟਰਫੁਲ ਹੋਣਾ ਆ, ਤੁਸੀਂ ਜ਼ਿੰਦਗੀ ਦੀਆਂ ਕੁਆਲਿਟੀਜ਼ ਨੂੰ, ਉਹਨਾਂ ਨੂੰ ਐਕਸਰਸਾਈਜ਼ ਕਰਨੀ ਹੈ। ਨੋ ਵਨ ਇਜ਼ ਸਟਾਪਿੰਗ। ਫਿਰ ਕਿਉਂ ਨਹੀਂ ਕਰ ਪਾਉਂਦੇ? ਇੱਕ ਭਵ ਸਾਗਰ ਹੈ, ਇੱਕ ਸਾਗਰ ਹੈ ਜਿਹੜਾ ਇਨਵਿਜ਼ੀਬਲ ਆ, ਉਹਦੇ 'ਚ ਸਭ ਚੀਜ਼ਾਂ ਡੁੱਬ ਜਾਂਦੀਆਂ ਨੇ, ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ। ਤੇ ਉਹ ਸਾਗਰ ਬਾਹਰ ਤੇ ਸਾਨੂੰ ਨਜ਼ਰ ਨਹੀਂ ਪਏਗਾ। ਹਾਂ, ਸਭ ਤੋਂ ਵੱਡਾ ਜਿਹੜੇ ਉਹ ਸਾਗਰ ਦੀ ਇੱਕ ਐਗਜ਼ਾਮਪਲ ਹੈ, ਉਹ ਹੈ ਸਾਡਾ ਮਨ। ਇਹਦੀ ਦੁਨੀਆ ਦੇ ਵਿੱਚ ਇਤਨਾ ਕੁਝ ਪਿਆ ਆ। ਆਪਾਂ ਅਕਸਰ ਸ਼ਬਦ ਵਿਚਾਰਦੇ ਹਾਂ, ਬਹੁਤ ਕਮਾਲ ਦਾ ਸ਼ਬਦ ਹੈ। ਮੈਂ ਜਿੰਨੀ ਵਾਰੀ ਪੜ੍ਹਦਾ ਉਨੀ ਵਾਰੀ ਉਹਦੇ 'ਚੋਂ ਮਹਾਰਾਜ ਸੇਮ ਵੇ ਨਾਲ ਰਿਸ਼ਮ ਦਿੰਦੇ। ਸਭ ਜ਼ਿਕਰ ਕਰਦੇ
शबरोज गश्तम दर हवा करदेम बदी ख्याल। तिलंग राग का पहले शब्द है। यक अर्ज गुफ्तम पेश तो दरगोश कुन करतार हका कबीर करीम बेहय परवरदगार। बिल्कुल प्योर पर्शियन लैंग्वेज या गुरमुखी अखरां च लिखी है गुरु साहब ने। ਉਹਦੇ 'ਚ ਅਰਦਾਸ ਕੀਤੀ ਜਾ ਰਹੀ ਹੈ ਉਸ ਸ਼ਕਤੀ ਨੂੰ ਜਿਹੜੀ ਐਗਜ਼ਿਸਟੈਂਸ ਆ, ਉਹ ਕਰਤਾਰ ਮੇਰੀ ਅਰਦਾਸ ਸੁਣ ਤੇ ਕੰਨ ਲਾ ਕੇ ਸੁਣੀ। You know, when we say something, another person, sometime we assume that person is listening, and sometime we assume that person is not listening us. But here Baba Ji is demanding, Baba Ji is saying, there is no choice. No, I'm asking, I'm seeking your complete attention. Please attend me. Please listen my prayer in a very attentive manners, so that I can get what I want. ਮੈਨੂੰ ਮਿਲ ਸਕੇ ਜੋ ਮੈਨੂੰ ਚਾਹੀਦਾ ਆ। ਉਹਦੇ 'ਚ ਬਾਬਾ ਜੀ ਜਿਹੜੀਆਂ ਮੰਗਾਂ ਕੀਤੀਆਂ, ਉਹਦੇ 'ਚ ਇੱਕ ਮੰਗੇ ਵੀ ਹੈ ਕਿ ਤੇਰੀ ਕਮਜ਼ੋਰੀ ਵੇਖ ਕਿੱਡੀ ਹੈ। Why I am praying like that? Why I am pleading like that in front of you, ਬਾਬਾ ਜੀ? ਉਹ ਅਕਾਲ ਪੁਰਖ ਵਾਹਿਗੁਰੂ, ਕਿਉਂਕਿ ਸ਼ਬਰੋਜ਼ ਗਸ਼ਤਮ, ਹਰ ਚੜ੍ਹਦੇ ਦਿਨ ਦੇ ਨਾਲ ਮੇਰਾ ਮਨ ਜਿਹੜਾ ਹੈ ਇਹ ਗਸ਼ਤਗੀਰ ਹੈ, ਇਹਦੀ ਗਸ਼ਤ ਵੱਧ ਰਹੀ ਹੈ, ਇਹ ਭਟਕ ਰਿਹਾ ਹੈ, ਜਿਹਨੂੰ ਮਾਈਂਡ ਵਾਂਡਰਿੰਗ ਕਹਿੰਦੇ ਹਾਂ ਅਸੀਂ। ਅਤੇ ਫਿਰ ਅਗਲੀ ਅਲਾਮਤ ਇਹ ਹੈ ਕਿ ਕਰਦੇਮ ਬਦੀ ਖਿਆਲ, ਬਦੀ ਬਸ ਇਹੀ ਖਿਆਲਾਂ ਵਿੱਚ ਤੁਰੀ ਫਿਰਦੀ ਹੈ। ਇਹੀ ਸਾਗਰ ਹੈ। ਬਦੀ ਦੇ ਸਾਗਰ ਤੋਂ ਪਾਰ ਹੋ ਜਾਣਾ, ਕਹਿੰਦੇ ਇੱਕ ਪਾਣੀ ਦਾ ਸਾਗਰ ਹੁੰਦਾ, ਕੋਈ ਤਰ ਕੇ ਪਾਰ ਕਰ ਜਾਏਗਾ, ਪਰ ਜੇ ਕੋਈ ਅੱਗ ਦਾ ਸਾਗਰ ਹੋਏ ਤੇ ਜਿਹਨੂੰ ਪਾਰ ਲਿਜਾਣਾ ਹੈ ਉਹ ਫਲੇਮੇਬਲ ਚੀਜ਼ ਹੋਏ, ਇਟਸ ਨਾਟ ਪੋਸੀਬਲ। ਇਹ ਜਿਹੜਾ ਜੀਵਨ ਹੈ, ਜਿਹਨੂੰ ਸਾਹਿਬ ਨੇ ਇਸ ਤਰ੍ਹਾਂ ਬਿਆਨ ਕੀਤਾ, ਇਹ ਅਕਾਲ ਪੁਰਖ ਵਾਹਿਗੁਰੂ ਤੂੰ ਕੀ ਕੀਤਾ ਕਿ ਜੈਸੀ ਅਗਨ ਉਦਰ ਮੈਂ, ਮਾਂ ਦੇ ਉਦਰ ਵਿੱਚ, ਮਤਲਬ ਜਿਹੜਾ ਵੂਮ ਹੈਗਾ ਉਹਦੇ ਵਿੱਚ ਇੱਕ ਅਗਨ ਆ, ਭੱਠੀ ਹੈ ਨਾ ਉਹਨੂੰ ਕਹਿੰਦੇ, ਲਿਟਰਲੀ ਤੌਰ ਤੇ ਓਵਨ ਜਾਂ ਵੂਮ ਕਹਿੰਦੇ ਉਹਨੂੰ। ਉਹਦੇ 'ਚ ਜੀਵਨ ਪਲਦਾ ਆ। ਕਿਆ ਉਹਦੇ 'ਚ ਅੱਗ ਆ, ਉਸ ਜਠ ਰਗਣ ਦੇ ਵਿੱਚ ਜੀਵਨ ਖਿਰ ਜਾਂਦਾ। ਅੱਜ ਵੀ ਤੁਸੀਂ ਦੇਖੋ ਇੰਨੀਆਂ ਡਿਵੈਲਪਡ ਨੇਸ਼ਨਸ ਦੇ ਵਿੱਚ ਜਿਹੜੇ ਮਿਸਕੈਰੇਜਸ ਹੈਗੇ ਨੇ, ਕਿੱਡਾ ਹਾਈ ਰੇਟ ਹੈ ਇਹਦਾ ਮਿਸਕੈਰੇਜਸ ਦਾ, ਜ਼ਿੰਦਗੀ ਖਤਮ ਹੋ ਜਾਂਦੀ ਹੈ। ਬਹੁਤ ਸਾਰੀ ਬਾਣੀ ਦਾ ਬਚਨ ਹੈ, ਸਭ ਜ਼ਿਕਰ ਕਰਦੇ, ਸਭ ਕਹਿੰਦੇ ਪਤਾ ਨਹੀਂ ਕਿਤਨੇ ਜੀਵਨ ਜਿਹੜੇ ਨੇ, ਮਤਲਬ ਕਈ ਜਨਮ ਗਰਭ ਹਿਰ ਖਿਰਿਆ, ਉਹ ਗਰਭ 'ਚ ਹੀ ਖਿਰ ਜਾਂਦੇ, ਗਲ ਜਾਂਦੇ ਉੱਥੇ। ਜਿਵੇਂ ਕੋਈ ਬੀਜ ਬੀਜੇ ਨੇ, ਮਿੱਟੀ ਦੀ ਅੱਗ ਇਤਨੀ ਵੱਧ ਗਈ, ਕੋਈ ਐਸਾ ਹਾਲਾਤ ਬਣੇ, ਉਹ ਬੀਜ ਵਿੱਚ ਹੀ ਸੜ ਗਿਆ, ਉਹ ਉਤਪੰਨ ਹੀ ਨਹੀਂ ਹੋਇਆ। ਪਰ ਹਾਂ, ਜਿੱਥੇ ਉਤਪੱਤੀ ਹੁੰਦੀ ਹੈ, when actually someone is getting life, ਜਦੋਂ ਉਹ ਚੀਜ਼ ਆ ਰਹੀ ਹੈ, ਸਭ ਜ਼ਿਕਰ ਕਰਦੇ ਇਹ ਤੇਰਾ ਤਰਸ ਆ, ਤੇਰੀ ਨਵਾਜ਼ਿਸ਼ ਹੈ, ਤੇਰੀ ਬਖਸ਼ਿਸ਼ ਹੈ, ਤੂੰ ਉਸ ਅਗਨ ਤੋਂ ਬਚਾਉਣਾ ਆ। ਕਿਹਾ ਗਿਆ ਜੈਸੀ ਅਗਨ ਉਦਰ ਮੈਂ, ਕੱਲਾ ਉੱਥੇ ਬਚਾਉਣਾ ਹੈ ਨਾ, ਫਿਰ ਨਹੀਂ ਹੈਗਾ ਵਾਹਿਗੁਰੂ ਜੀ। ਤੈਸੀ ਬਾਹਰ ਮਾਇਆ, ਬਾਹਰ ਵੀ ਇੱਕ ਅਗਨ ਹੈ, ਮਾਇਆ ਦੀ ਅਗਨ ਜਿਹੜੀ ਹੈ। ਇਹ ਮਾਇਆ ਪਦਾਰਥ ਨਹੀਂ, ਇਹ ਵਸਤਾਂ ਰਸਤਾ ਨਹੀਂ ਬਾਣੀ ਦੇ ਮੁਤਾਬਕ, ਇਹ ਤੁਹਾਡੀ ਮਨ ਦੀ ਬਿਰਤੀ ਹੈ। ਜਿਸ ਬਿਰਤੀ ਦੇ ਵਿੱਚ ਬੰਦਾ ਜਦੋਂ ਪੈਂਦਾ ਆ, ਹਾਲਾਂਕਿ ਸੰਸਾਰ ਤੇ ਸੁੱਖ ਦਿੰਦਾ ਹੈ, ਪਰ ਦੁੱਖ ਕਿਉਂ ਮਹਿਸੂਸ ਹੁੰਦਾ? ਦੁੱਖ ਕਿਉਂ ਹੈ? ਕਿਉਂਕਿ ਸਾਨੂੰ ਪਤਾ ਨਹੀਂ ਹਾਊ ਟੂ ਡੀਲ ਵਿਦ ਦਿਸ ਵਰਲਡ। ਜੇ ਮਤਲਬ ਕਹਿੰਦੇ ਨੇ ਕਿ ਮੂਰਖ ਬੰਦਾ ਜਿਹੜਾ ਨਾ, ਉਹਨੂੰ ਮੂਰਖ ਕੋ ਦੁੱਖ ਦੇ ਆਵਤੀ ਜਾਤੀ ਮਾਇਆ, ਮਤਲਬ ਪਦਾਰਥ ਵਧੇ ਮੂਰਖ ਤਾਂ ਵੀ ਦੁਖੀ ਹੋ ਜਾਂਦਾ, ਪਦਾਰਥ ਘਟੇ ਮੂਰਖ ਤਾਂ ਵੀ ਦੁਖੀ ਹੋ ਜਾਂਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਹਾਊ ਟੂ ਡੀਲ ਇਨ ਦਿਸ ਸੈਚੁਅਲ ਵਰਲਡ। ਬੱਚਾ ਕਈ ਵਾਰੀ ਸੋਚਦਾ ਆਈ ਐਮ ਨੋਟ ਹੈਪੀ because I am small, I am not actually adult, I am not able to enjoy my freedom, and that's why I am crying, all these things are happening. ਨਾ, ਜੇ ਬਚਪਨ ਰੋਂਦਿਆਂ ਨਿਕਲਿਆ, ਜਵਾਨੀ ਉਸ ਤੋਂ ਵੱਧ ਰੋਂਦਿਆਂ ਨਿਕਲੇਗੀ, ਪੱਕੀ ਗੱਲ ਹੈ। ਸਟੱਡੀਜ਼ ਨੇ ਪੂਰੀਆਂ ਪਈਆਂ ਮੈਂਟਲ ਹੈਲਥ 'ਚ। ਜੇ ਬਚਪਨ ਨਹੀਂ ਜੀਣਾ ਆਇਆ, ਜਵਾਨੀ ਤੇ ਬੜੀ ਰਿਸਪੌਂਸਿਬਿਲਿਟੀ ਦੀ ਮੰਗ ਕਰਦੀ ਹੈ।
ਉੱਥੇ ਤੇ ਪੈਰ ਦੇ ਉੱਤੇ ਬਚਪਨੇ ਤੇ ਕੋਈ ਮਾਫ ਵੀ ਕਰ ਦਿੰਦਾ, ਬਚਪਨੇ ਤੇ ਕੋਈ ਕਿਸੇ ਕਿਸਮ ਦੇ ਨਾਲ ਲਾਡ ਵੀ ਲਡਾ ਲੈਂਦਾ, ਬਟ ਵੰਸ ਯੂ ਆਰ ਗੋਇੰਗ ਟੂਵਰਡ ਅਡੋਲਸੈਂਸ then you don't have that kind of you can say privilege. No, people are going to judge you on your behavior, on your choices, so you have to be aware about it. ਉਦੋਂ ਬੰਦਾ ਸੋਚਦਾ ਹੱਦ ਹੋ ਗਈ, ਹੁਣ ਤੇ ਬੜੀ ਮੁਸੀਬਤ ਬਣ ਗਈ, ਚਲੋ ਫਿਰ ਸੋਚਦਾ ਕੋਈ ਗੱਲ ਨਹੀਂ, ਜਵਾਨੀ ਕਿਸ ਤਰ੍ਹਾਂ ਰੇਡ ਖੇਡ ਕੇ ਲੰਘ ਜਾਏ, ਜਦੋਂ ਰਿਟਾਇਰਮੈਂਟ ਵਾਲੇ ਪਾਸੇ ਜਾਵਾਂਗੇ then I'm gonna actually be very happy person. ਉਹ ਭਲੇ ਬੰਦੇ, ਜਦੋਂ ਇੰਨੀ ਐਨਰਜੀ ਸੀ, ਜਦੋਂ ਸਾਰਾ ਨੈਣ ਪ੍ਰਾਣ ਪ੍ਰੋਪਰ ਕੰਮ ਕਰ ਰਹੇ ਸੀਗੇ, ਉਦੋਂ ਤੂੰ ਹਾਈਐਸਟ ਲੈਵਲ ਆਫ ਪਲੇਜ਼ਰ ਨਹੀਂ ਮਾਣ ਸਕਿਆ, ਹੁਣ ਕੀ ਮਾਨੇਗਾ? ਹੁਣ ਤੇ ਜਦੋਂ ਵੈਸੇ ਹੀ ਸ਼ਿਕਾਇਤ ਵਾਸਤੇ ਇੰਨਾ ਕੁਝ ਹੈ ਬੰਦੇ ਕੋਲ, ਜਿਵੇਂ ਸਪੋਜ਼ ਇੱਕ ਵਿਲਾਸ ਦੀ ਗੱਲ ਜੇ ਕਹਾਂ ਇਸ ਰੂਪ ਦੇ ਵਿੱਚ, ਕਈ ਵਾਰ ਫਿਲੋਸਫਿਕਲੀ ਗੱਲਾਂ ਭਾਰੀਆਂ ਹੋ ਜਾਂਦੀਆਂ। ਮੈਨੂੰ ਯਾਦ ਆ ਸਾਡੇ ਬੜੇ ਉਮਦਾ ਬੁਲਾਰੇ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ, ਉਹ ਇਹ ਬਾਤ ਦੱਸਦੇ, ਉਹ ਕਹਿੰਦੇ ਕਿ ਇੱਕ ਵਾਰੀ ਡਾਕਟਰ ਦੇ ਕੋਲ ਬੈਠਾ, ਆਪ ਨੂੰ ਪਤਾ ਹੋਏਗਾ ਇੰਡੀਆ ਦੇ 'ਚ ਜਿਹੜੇ ਛੋਟੇ ਦੁਕਾਨਾਂ 'ਤੇ ਡਾਕਟਰ ਬੈਠੇ ਹੁੰਦੇ ਸੀਗੇ, ਉਹ ਡਾਕਟਰ ਆਪਣੀ ਜਿਹੜਾ ਇੱਕ ਚੇਅਰ 'ਤੇ ਬੈਠਾ ਹੈ, ਟੇਬਲ ਲਗਾ ਕੇ, ਉਹਦੇ ਸਾਹਮਣੇ ਇੱਕ ਲੰਮਾ ਸਾਰਾ ਬੈਂਚ ਹੁੰਦਾ ਸੀ ਪਿਆ, ਜਿਹੜਾ ਮਰੀਜ਼ ਆਉਂਦਾ ਸੀ ਉਹ ਬੈਂਚ 'ਤੇ ਲਾਈਨ ਵਾਈਜ਼ ਬੈਠੀ ਜਾਂਦਾ ਸੀ। ਉਹਦੇ ਕੋਲ ਸਾਹਮਣੇ ਇੱਕ ਛੋਟਾ ਜਿਹਾ ਸਟੂਲ ਹੁੰਦਾ ਸੀ, ਉਹ ਇੱਕ ਨੂੰ ਆਵਾਜ਼ ਮਾਰਦਾ, ਸਟੂਲ 'ਤੇ ਬਿਠਾਉਂਦਾ, ਉਹਦੀ ਸਾਹਮਣੇ ਗੱਲ ਸੁਣਦਾ, ਕੋਈ ਪ੍ਰਾਈਵੇਸੀ ਨਹੀਂ, ਕੋਈ ਕੁਛ ਨਹੀਂ, ਸਰ ਬਸ ਸਿੱਧਾ, ਕਿਉਂਕਿ ਇਹੋ ਜਿਹਾ ਸਿਸਟਮ ਇੰਨੀ ਪਾਪੂਲੇਸ਼ਨ ਓਵਰ ਪਾਪੂਲੇਟਡ ਏਰੀਆ ਹੈਗਾ, ਰਿਸੋਰਸਿਸ ਵੈਸੇ ਹੀ ਘੱਟ ਹੈਗੇ ਨੇ, ਸੋ ਇਸ ਤਰੀਕੇ ਦੀ ਬਾਤ ਹੁੰਦੀ। ਉਹ ਕਹਿੰਦੇ ਕਿ ਉੱਥੇ ਡਾਕਟਰ ਦੇਖ ਰਿਹਾ, ਇੱਕ ਬਜ਼ੁਰਗ ਆਦਮੀ ਹੈ, ਉਸ ਨੂੰ ਡਾਕਟਰ ਨੇ ਆਵਾਜ਼ ਕੀਤੀ, ਉਹਦੀ ਵਾਰੀ ਆਈ, ਉਹ ਬੈਠਾ ਸਟੂਲ 'ਤੇ, ਕਹਿੰਦੇ ਮੈਂ ਵੀ ਉੱਥੇ ਬੈਠਾ ਸਾਹਮਣੇ, ਅਤੇ ਉਹ ਪੁੱਛਦਾ ਹੈ ਵੀ ਬਜ਼ੁਰਗੋ ਦੱਸੋ ਕੀ ਗੱਲ ਹੈ? ਉਹ ਕਹਿੰਦਾ ਜੀ ਤੁਹਾਡੇ ਜਿਹੜਾ ਕੰਪਾਊਂਡਰ ਹੈ, ਜਿਹੜਾ ਅਸਿਸਟੈਂਟ ਹੈ ਤੁਹਾਡਾ, ਇਹਨੇ ਬਲੱਡ ਪ੍ਰੈਸ਼ਰ ਚੈੱਕ ਕੀਤਾ ਹੈ, ਬੜਾ ਹਾਈ ਹੈ, ਤੁਸੀਂ ਦੇਖਿਆ ਹੀ ਹੈ? ਉਹ ਕਹਿੰਦਾ ਹਾਂ। ਕਹਿੰਦਾ ਫਿਰ ਬੜਾ ਹਾਈ? ਉਹ ਕਹਿੰਦਾ ਜੀ ਏਜ ਹੋ ਗਈ ਹੈ, ਬਜ਼ੁਰਗ ਹੋ ਗਏ ਤਾਂ ਕਰਕੇ, ਉਮਰ ਬੜੀ ਹੋ ਗਈ ਹੈ। ਉਹ ਕਹਿੰਦਾ ਅੱਛਾ। ਕਹਿੰਦਾ ਦੂਸਰੀ ਗੱਲ ਇਹ ਹੈ ਕਿ ਨੀਂਦ ਨਹੀਂ ਆਉਂਦੀ। ਉਹ ਕਹਿੰਦਾ ਬਜ਼ੁਰਗ ਹੋ ਗਏ। ਉਹ ਕਹਿੰਦਾ ਇੰਨੀ ਉੱਚੀ ਬੋਲ ਰਿਹਾ, ਤੁਹਾਨੂੰ ਵੀ ਉੱਚੀ ਬੋਲ ਰਹੀ, ਕਹਿ ਰਿਹਾ, ਸੁਣਦਾ ਵੀ ਨਹੀਂ ਬਹੁਤਾ। ਉਹ ਕਹਿੰਦਾ ਬਜ਼ੁਰਗ ਹੋ ਗਏ, ਉਮਰ ਹੋ ਗਈ ਹੈ। ਕਹਿੰਦਾ ਅੱਛਾ। ਕਹਿੰਦਾ ਭੁੱਖ ਵੀ ਨਹੀਂ ਲੱਗਦੀ। ਕਹਿੰਦਾ ਬਜ਼ੁਰਗ ਹੋ ਗਏ, ਉਮਰ ਹੋ ਗਈ ਹੈ, ਯੂ ਗੈਟਿੰਗ ਓਲਡ, ਦੈਟਸ ਵਾਈ। ਕਹਿੰਦਾ ਹੱਡ ਪੈਰ ਬੜੇ ਦੁਖਦੇ ਨੇ। ਉਹ ਕਹਿੰਦਾ ਉਮਰ ਹੋ ਗਈ ਹੈ, ਬੁੱਢੇ ਹੋ ਗਏ ਹੋ ਤਾਂ ਕਰਕੇ। ਜਦੋਂ ਨੇ ਇੱਕ ਦੋ ਚੀਜ਼ਾਂ ਹੋਰ ਕਹੀਆਂ, ਉਹ ਡਾਕਟਰ ਸੇਮ ਚੀਜ਼ ਦੁਹਰਾਉਂਦਾ ਗਿਆ, ਇੱਕਦਮ ਗੁੱਸੇ 'ਚ ਆਇਆ, ਟੇਬਲ 'ਤੇ ਹੱਥ ਮਾਰਿਆ। ਕਹਿੰਦਾ ਤੈਨੂੰ ਡਾਕਟਰ ਕਿਹਨੇ ਬਣਾਤਾ? ਹਰ ਗੱਲ 'ਤੇ ਕਹੀ ਜਾਂਦਾ ਉਮਰ ਹੋ ਗਈ ਹੈ, ਬੁੱਢਾ ਹੋ ਗਿਆ, ਇਸ ਤਰੀਕੇ ਨਾਲ। ਉਹ ਕਹਿੰਦਾ ਬਜ਼ੁਰਗੋ ਕੋਈ ਗੱਲ ਨਹੀਂ, ਗੁੱਸਾ ਵੀ ਤਾਂ ਹੀ ਆ ਰਿਹਾ, ਉਮਰ ਹੋ ਗਈ ਹੈ। ਮਤਲਬ ਇਹ ਜਦੋਂ ਬੰਦਾ, ਜਿਹਨੂੰ ਸਾਹਿਬ ਨੇ ਕਿਹਾ ਨੈਨੋ ਨੀਰ ਬਹਿ ਤਨਖੀਨਾ ਭਏ ਕੇਸ ਦੁੱਧਵਾਨੀ, ਜਦੋਂ ਬਿਲਕੁਲ ਦੁੱਧ ਦੇ ਕੇਸ ਹੋ ਗਏ, ਨੈਨੋ ਨੀਰ ਬਹੇ, ਅੱਖ ਕਿਤੇ ਥੋੜੀ ਲਗਾ ਕੇ ਟਰਾਈ ਕਰਦਾ ਕੋਈ ਚੀਜ਼ ਪੜ੍ਹਨ ਦੀ, ਸਮਝਣ ਦੀ, ਅੱਖਾਂ 'ਚੋਂ ਪਾਣੀ ਚੱਲਦਾ ਹੈ। ਬਾਬਾ ਜੀ ਕਹਿੰਦੇ ਜ਼ਿੰਦਗੀ ਦਾ ਮਹਾਂ ਸੁੱਖ ਉਦੋਂ ਮਾਣੇਗਾ ਨਾ, ਉਦੋਂ ਤੇ ਦਿਨ ਕਟਾਈ ਬੜੀ ਔਖੀ ਹੈ। ਸੋ ਸੱਚਾਈ ਹੈ, ਮਾਇਆ ਬਿਰਤੀ ਹੈ, ਜਦੋਂ ਜਿਉਣਾ ਹੀ ਨਹੀਂ ਆਉਂਦਾ। ਇਹੀ ਸਾਗਰ ਹੈ, ਇਹੀ ਭਵ ਸਾਗਰ ਹੈ। ਬੰਦੇ ਨੂੰ ਜਿਹੜੀ ਚੀਜ਼ ਅਪੋਰਚੁਨਿਟੀ ਹੈ, ਜਿਹੜੀ ਚੀਜ਼, ਕਿਉਂਕਿ ਲਾਈਫ ਇਜ਼ ਅ ਅਪੋਰਚੁਨਿਟੀ to enjoy the highest possibility what Mother Nature is blessing in this time. But when people are not paying attention toward it, or second thing, they don't know how to enjoy those highest possibility in our lives. ਹੋਏਗਾ ਕੀ ਫਿਰ ਤੇ ਭਵ ਸਾਗਰ ਹੈ ਭਾਈ, ਫਿਰ ਤੇ ਬੰਦਾ ਗੋਤੇ ਖਾਏਗਾ, ਡੁੱਬੇਗਾ, ਡੁੱਬਦਾ ਹੋਇਆ, ਗੋਤੇ ਖਾਂਦਾ ਹੋਇਆ ਰੁਦਨ ਕਰੇਗਾ। ਤੇ ਇਸ ਰੁਦਨ ਵਿੱਚ, ਸਾਰੇ ਦੇ ਵਿੱਚ ਕੌਣ ਸੁਣੇ, ਕਿਵੇਂ ਬਾਤ ਬਣੇ? ਗੁਰੂ ਅਮਰਦਾਸ ਸਾਹਿਬ ਨੇ ਬਾਤ ਕੀਤੀ, ਕਹਿਣ ਲੱਗੇ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਐਕਚੁਅਲੀ ਤੇਰੀ ਪ੍ਰੋਬਲਮ ਡਾਇਗਨੋਸ ਹੋ ਰਹੀ ਹੈ ਇੱਥੇ। ਬਾਬਾ ਜੀ ਕਹਿੰਦੇ ਲਿਵ ਛੁੜਕੀ, ਕਿਉਂਕਿ ਲਿਵ ਧਾਤ ਦੋ ਰਾਹ ਹੈ, ਇਹੀ ਰਾਹ ਨੇ। ਬੰਦਾ ਜਦੋਂ ਲਿਵ ਦਾ ਰਾਹ ਛੱਡ ਦਿੰਦਾ ਆ, ਲਿਵ ਹੈ ਇੱਕ ਇਨਰ ਇੰਟਰੈਕਸ਼ਨ ਟੂਵਰਡ ਦਾ ਰਿਐਲਿਟੀ ਆਫ ਲਾਈਫ,
toward the ultimate reality, toward the highest level of messages. ਇਹ ਹੈ ਤੇ ਮਦਰ ਨੇਚਰ ਦੀ ਬਲੈਸਿੰਗ। ਇਹਨੂੰ ਸਾਹਿਬ ਨੇ ਕਿਹਾ ਕਦੋਂ ਕੋਈ ਪੁਰਬਲਾ ਅੰਕੁਰ ਫੁੱਟਦਾ ਆ, ਫਿਰ ਇਹ ਚੀਜ਼ ਜ਼ਹਿਨੀ ਤੌਰ ਤੇ ਬੰਦੇ ਨੂੰ ਅਪੀਲ ਕਰਦੀ ਹੈ। ਅਦਰਵਾਈਜ਼ ਸਾਡਾ ਇੰਟਲੈਕਟ ਜਿਹੜੀ ਸਾਨੂੰ ਬੌਧਿਕਤਾ ਹੈਲਪ ਕਰਦੀ ਹੈ ਜ਼ਿੰਦਗੀ ਜੀਣ ਤੇ ਮਾਨਣ ਦੇ ਵਿੱਚ, ਅਨਫੋਰਚੂਨੇਟਲੀ ਉਹੀ ਬੌਧਿਕਤਾ ਵੱਡਾ ਲੈਵਲ ਤੇ ਹਰਡਲ ਬਣ ਜਾਂਦੀ ਹੈ, ਕਿਉਂਕਿ ਜਿਹੜੀ ਚੰਚਲਤਾ ਆ, ਕਲੈਵਰਨੈਸ ਆ, ਉਹ ਸਮਝਣ ਨਹੀਂ ਦਿੰਦੀ ਵਟ ਇਜ਼ ਦ ਇਸ਼ੂ, ਵੇਅਰ ਟੂ ਵਰਕ, ਵੇਅਰ ਟੂ ਸਟਾਰਟ, ਹਾਊ ਟੂ ਫੋਲੋ ਦ ਹਾਇਰ ਲੈਵਲ ਆਫ ਵਿਜ਼ਡਮ। ਨੋ, ਉਹ ਜਸਟ ਇੰਨਾ ਹੀ ਕਹੀ ਜਾ ਰਹੀ ਹੈ ਕਿ ਐਵਰੀਥਿੰਗ ਇਜ਼ ਫਾਈਨ। ਜਸਟ ਜਿਹੜਾ ਹੈਗਾ, ਜਿਵੇਂ ਸਪੋਜ਼ ਕਰੋ ਕਿ ਕਿਹਾ ਜਾਂਦਾ ਹੈ ਕਿ ਬੰਦੇ ਦੀ ਪ੍ਰੋਬਲਮ ਆਪਣੀ ਹੁੰਦੀ ਹੈ, ਬੰਦਾ ਆਲੇ ਦੁਆਲੇ ਨੂੰ ਬਲੇਮ ਕਰਦਾ ਹੈ, ਇਹਦੀ ਪ੍ਰੋਬਲਮ ਹੈ, ਇਹਦੀ ਪ੍ਰੋਬਲਮ ਹੈ, ਇਹਦੀ ਪ੍ਰੋਬਲਮ ਹੈ। ਇਨ ਬਿਨ ਮਾਇਆ ਦੀ, ਪਦਾਰਥ ਦੀ, ਵਸਤਾਂ ਰਸਤਾਂ ਦੀ, ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਪ੍ਰੋਬਲਮ ਹੁੰਦੀ ਤੇ ਗੁਰੂ ਸਾਹਿਬ ਐਸਾ ਜੀਵਨ ਜੀਂਦੇ, ਭਗਤ ਸਾਹਿਬਾਨ ਐਸਾ ਜੀਵਨ ਜੀਂਦੇ। ਉਹਨਾਂ ਦੇ ਜੀਵਨ ਦੇ ਵਿੱਚ ਕੰਮਕਾਰ ਵੀ ਹੈ, ਵਿਆਹ ਵੀ ਹੈ, ਬੱਚੇ ਵੀ ਨੇ, ਹਰ ਤਰ੍ਹਾਂ ਦੀ ਮੁਸ਼ਕਿਲ ਮੁਸੀਬਤ ਵੀ ਆ ਰਹੀ ਹੈ। ਉਹ ਸਭ ਚੀਜ਼ਾਂ ਨੂੰ ਫਿਰ ਮਾਣਦੇ ਹੋਏ, ਜੀਂਦੇ ਹੋਏ ਆਨੰਦਿਤ ਨੇ, ਖੁਸ਼ਨੁਮਾ ਅਹਿਸਾਸਾਂ ਵਿੱਚ ਨੇ। ਸਾਗਰ ਕੋਈ ਬਾਹਰ ਨਹੀਂ ਗਾ, ਮੁਸ਼ਕਿਲਾਂ ਸਾਗਰ ਨਹੀਂ ਹੈਗੀਆਂ। ਮੁਸ਼ਕਿਲਾਂ ਤੇ ਮੌਕੇ ਪ੍ਰੋਵਾਈਡ ਕਰਦੀਆਂ ਨੇ ਬੰਦੇ ਨੂੰ। ਇਹ ਤੇ ਬੰਦੇ ਨੂੰ ਇੱਕ ਸਮੇਂ ਮੁਯੱਸਰ ਕਰਾਉਂਦੀਆਂ ਨੇ, ਜੇ ਬੰਦਾ ਉਸ ਲੈਵਲ ਤੇ ਅਵੇਅਰ ਹੋਏ। ਤੇ ਅੱਜ ਗੁਰੂ ਅਰਜਨ ਸਾਹਿਬ ਨੇ ਬਿਆਨ ਕੀਤਾ ਹੈ, ਗੁਰਮਿਲ ਸਾਗਰ ਤਰਿਆ। ਹੈ ਤੇ ਸਾਗਰ ਸੀਗਾ, ਇਹ ਬੜਾ ਵੱਡਾ ਓਸ਼ਨ ਸੀਗਾ, ਜਿਹਦੇ ਚੋਂ I wasn't able to actually, you can say, swim this whole ocean, but ਗੁਰੂ ਮਿਲ ਗਿਆ। ਗੁਰੂ ਨੇ ਬਾਂਹ ਫੜ ਲਈ। ਇੱਥੇ ਲਿਟਰਲੀ ਤੌਰ ਤੇ ਸ਼ਬਦ ਪੜ੍ਹੋ ਤੁਸੀਂ। ਮਹਾਰਾਜ ਬਿਆਨ ਕਰਦੇ, ਜਿਉ ਮੰਦਰ ਕੋ ਥਾਮੈ ਥੰਮਨ, ਗੁਰ ਕਾ ਸ਼ਬਦ ਮਨੈ ਅਸਥੰਮਨ, ਜਿਉ ਪਾਖਾਨ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜਿਉ ਪਾਖਾਨ ਨਾਵ ਚੜ ਤਰੈ, ਪਾਖਾਨ ਪੱਥਰ, ਪੱਥਰ ਦਾ ਸੁਭਾਅ ਆ, ਪਾਣੀ ਵਿੱਚ ਰੱਖੋਗੇ ਡੁੱਬ ਜਾਏਗਾ, ਰਾਈਟ ਵੇ। ਮਨੁੱਖ ਦਾ ਸੁਭਾਅ ਆ, ਕੋਈ ਮੌਕਾ ਬਣੇਗਾ ਕਿਸੇ ਤਰ੍ਹਾਂ ਦਾ ਵੀ। ਸਪੋਜ਼ ਕਰੋ ਇਸ ਨੂੰ ਸੰਸਾਰ ਦੇ, ਬੱਚਾ ਛੋਟਾ ਜਿਹਾ, ਤੁਸੀਂ ਬੱਚੇ ਨੂੰ ਚੋਇਸ ਦਿਓ ਕਿ ਉਹਨੂੰ ਕਹੋ ਓਕੇ ਆਹ 2 ਕੈਂਡੀਜ਼ ਰੱਖੀਆਂ ਨੇ, ਮੈਂ ਦੋਨਾਂ ਵਿੱਚੋਂ ਇੱਕ ਖਾ ਲੈ ਬਸ। ਬੱਚੇ ਦੀ ਐਫਰਟ ਕੀ ਹੋਏਗੀ? ਆਈ ਨੀਡ ਬੋਥ, ਆਈ ਨੀਡ ਟੂ। ਤੁਸੀਂ ਉਸ ਨੂੰ ਪਿਆਰ ਨਾਲ ਸਮਝਾਓਗੇ ਕਿਸੇ ਤਰੀਕੇ ਨਾਲ, ਮੋਸਟਲੀ ਨਹੀਂ ਸਮਝੇਗਾ। ਜੇ ਤੁਸੀਂ ਨਹੀਂ ਦੇਵੋਗੇ, ਇੱਕ ਦੇਵੋਗੇ, ਦੂਸਰੀ ਉਹਦੇ ਸਾਹਮਣੇ ਸੱਜੇ ਖੱਬੇ ਰੱਖੋਗੇ, ਉਹ ਚੋਰੀ ਖਾਏਗਾ। ਸਾਗਰ ਇਹੀ ਹੈ ਨਾ, ਜੇ ਖਾ ਲਏਗਾ ਤੁਸੀਂ ਉਹਨੂੰ ਮਨਾਉਣ ਦੀ ਟਰਾਈ ਕਰੋ, ਝੂਠ ਬੋਲੇਗਾ। ਬਿਹੇਵੀਅਰ ਆ ਰਿਹਾ, these are the bad habits। ਇਹ ਆਪਣੇ ਆਪ ਇਸ ਰੂਪ ਵਿੱਚ ਲਗਾਤਾਰ ਆਏਗਾ। ਪੱਥਰ ਹੈ, ਡੁੱਬੇਗਾ ਪਾਣੀ 'ਚ। ਤੁਸੀਂ ਕਿਸੇ ਨੂੰ ਇਸੇ ਕਰਕੇ ਕਿਹਾ ਜਾਂਦਾ ਹੈ, ਕਿਸੇ ਨੂੰ ਕਦੀ ਟੈਸਟ ਨਾ ਕੀਤਾ ਜਾਏ। ਟੈਸਟ ਕਰਾਂਗੇ ਫੇਲ ਹੋ ਜਾਵਾਂਗੇ, ਲੋਕੀ ਫੇਲ ਹੋ ਜਾਂਦੇ। ਇਮਤਿਹਾਨ ਇਹੀ ਚੀਜ਼ ਹੈ। ਹਾਂ, ਇੱਕ ਚੀਜ਼ ਪੱਕੀ ਹੈ, ਜੇ ਕਿਸੇ ਹਾਇਰ ਡਿਸਿਪਲਿਨ ਨੂੰ ਫੋਲੋ ਕਰ ਲਿਆ ਜਾਏ ਤੇ ਹਾਇਰ ਡਿਸਿਪਲਿਨ ਇਜ਼ ਏ ਕਾਈਂਡ ਆਫ ਬੋਟ। ਉਸ ਬੋਟ ਦੇ ਵਿੱਚ ਪੱਥਰ ਨੂੰ ਰੱਖਦਾ। ਹੁਣ ਬਾਹਰ ਹੈਗੀਆਂ ਛੱਲਾਂ ਬਹੁਤ ਸਾਰੀਆਂ, ਪਰ ਜਿਹੜਾ ਪੱਥਰ ਬੋਟ 'ਚ ਪਿਆ ਆ ਉਹ ਨਹੀਂ ਡੁੱਬੇਗਾ, ਕਿਉਂਕਿ ਉਹਨੂੰ ਪਤਾ ਆ ਜਦੋਂ ਸਪੋਜ਼ ਕਈ ਵਾਰੀ ਗੱਲ ਹੋਏਗੀ, ਲੋਕ ਕਹਿਣਗੇ ਮੈਂ ਡਰੱਗ ਡੀਲਿੰਗ, ਜਿਹੜਾ ਡਰੱਗ ਐਡਿਕਸ਼ਨ ਨਾਲ ਲੋਕ ਜਿਹੜੇ 2-4 ਹੁੰਦੇ ਨੇ ਉਹਨਾਂ ਨਾਲ ਡੀਲ ਕਰਦਾ ਮੋਸਟਲੀ ਮੈਂਟਲ ਹੈਲਥ ਵਿੱਚ। ਐਂਡ ਪੀਪਲ ਸਮਟਾਈਮ ਆਸਕ ਇਜ਼ ਐਲਕੋਹਲ ਬੈਡ ਥਿੰਗ? ਮੈਂ ਕਿਹਾ ਇਟ ਡਿਪੈਂਡਸ। Is opium bad? It depends. What do you mean it depends? Because ਸਿੱਖੀ ਦੀ ਅਪਰੋਚ ਬੜੀ ਪ੍ਰੈਕਟੀਕਲ ਹੈ। ਸਿੱਖੀ ਇਹ ਨਹੀਂ ਕਹਿੰਦੀ ਆਹ ਚੀਜ਼ ਗਲਤ ਹੈ, ਆਹ ਚੀਜ਼ ਮਾੜੀ ਹੈ, ਇਹਨੂੰ ਛੱਡ ਦਿਓ ਨਾ ਭਾਈ। ਉਹਦੇ ਯੂਜ਼ ਤੇ ਚੀਜ਼ ਖੜੀ ਸਾਰੀ। ਯੂਜ਼ ਕਿਵੇਂ?
ਹੁਣ ਜੇ ਅਲਕੋਹਲ ਹੈ, ਅੱਜ ਕੋਵਿਡ-19 ਦੇ ਵਿੱਚੋਂ ਜੇ ਅਸੀਂ ਲੰਘ ਰਹੇ ਹਾਂ ਤੇ ਇਹਦੇ ਵਿੱਚ ਜਿਹਨੇ ਸਭ ਤੋਂ ਵੱਧ ਹੈਲਪ ਕੀਤੀ ਉਹ ਐਥਨਲ ਕੈਮੀਕਲ ਆ, ਹੈਂਡ ਸੈਨੀਟਾਈਜ਼ਰ, ਜਿਹੜਾ ਹੈਂਡ ਸੈਨੀਟਾਈਜ਼ਰ ਆ। ਵਾਟ ਇਜ਼ ਦਿਸ? ਇਹ ਸਭ ਤੋਂ ਵੱਧ ਜਿਹੜਾ ਹੈਗਾ ਉਹ ਵਾਇਰਸ ਕਿਲਰ ਬਣਿਆ ਨਾ, ਜਿਹਨੇ ਲੋਕਾਂ ਨੂੰ ਸਾਰੇ ਤੋਂ ਵੱਧ ਸਪੋਰਟ ਕੀਤੀ ਹੈ। ਤੁਸੀਂ ਜਗ੍ਹਾ ਜਗ੍ਹਾ ਦੇਖੋ ਸਾਰੇ ਉਸ ਰੂਪ ਦੇ। ਭਾਈ ਇਹ ਅਪਰੋਚ ਹੈ ਤੁਹਾਡੀ। ਜੇ ਯੂਰਪ ਅੱਜ ਜਿਉਂਦਾ ਆ ਤੇ ਉਹ ਜਸਟ ਐਥਨਲ ਕੈਮੀਕਲ ਕਰਕੇ ਆ, ਕਿਉਂਕਿ ਇਹਦੇ ਕੱਲ੍ਹ ਦੀਆਂ ਗੱਲਾਂ ਨੇ, ਜਦੋਂ ਲੈਬਸ ਆ ਗਈਆਂ ਨੇ, ਜਦੋਂ ਬੈਕਟੀਰੀਆ ਫਾਈਂਡ ਆਊਟ ਕਰ ਲਿਆ, ਜਦੋਂ ਸਭ ਚੀਜ਼ਾਂ ਹੋ ਗਈਆਂ। ਅਦਰਵਾਈਜ਼ ਲੋਕਾਂ ਦੇ ਕੋਲ ਥੋੜ੍ਹਾ ਜਿਹਾ ਵੈਟ ਸਾਰੀ ਸੋਇਲ ਸੀਗੀ, ਮੀਂਹ ਪੈਂਦਾ ਸੀ, ਹੜ੍ਹ ਆਉਂਦਾ ਸੀ, ਕੁਝ ਫਲੱਡਿੰਗ ਵਗੈਰਾ ਹੋਈ, ਬੈਕਟੀਰੀਆ ਜਨਰੇਟ ਹੋਇਆ ਤੇ ਸਾਰਾ ਪਾਣੀ ਕੰਟੈਮੀਨੇਟ ਹੋ ਗਿਆ। ਕਿਤੋਂ ਪੀਤਾ, ਹੈਜਾ ਲੱਗ ਗਿਆ, 2 ਤੋਂ 3 ਉਲਟੀਆਂ ਆ ਗਈਆਂ, ਲੂਜ਼ ਮੋਸ਼ਨ ਹੋ ਗਏ, ਬੰਦਾ ਡਨ। ਕੋਈ ਜਿਹੜੇ IV ਦੇਣ ਦਾ ਪ੍ਰੋਗਰਾਮ ਨਹੀਂ ਸੀਗਾ, ਕੋਈ ਗਲੂਕੋਜ਼ ਨਹੀਂ ਦੇਣ ਦਾ ਪ੍ਰੋਗਰਾਮ ਨਹੀਂ ਸੀਗਾ, ਕੋਈ ਅੱਜ ਵਰਗਾ ਸਿਸਟਮ ਨਹੀਂ ਸੀਗਾ, ਹਸਪੀਟਲਾਈਜੇਸ਼ਨ ਨਹੀਂ ਸੀਗੀ, ਲੋਕ ਕਿਤੇ ਮਰਦੇ ਸੀਗੇ। ਫਿਰ ਕਿਹੜੀ ਚੀਜ਼ ਬਚਾ ਰਹੀ ਸੀ? ਜਿਹੜੀ ਚੀਜ਼ ਡਿਸਟਿਲਰੀ ਕੀਤੀ ਜਾਂਦੀ ਸੀਗੀ, ਅਰਕ ਕੱਢਿਆ ਜਾਂਦਾ ਸੀਗਾ, ਬੈਕਟੀਰੀਆ ਸਾਰਾ ਮਰ ਜਾਂਦਾ ਸੀਗਾ। ਲੋਕ ਉਹਦੇ ਨਾਲ ਫੂਡ ਧੋਂਦੇ ਸੀ, ਫੂਡ ਬਣਾਉਂਦੇ ਸੀ। ਦੈਟਸ ਵਾਈ ਦੇ ਹੈਵ ਸੋ ਮਚ ਯੂਜ਼ ਆਫ ਅਲਕੋਹਲ ਇਨ ਦੇਅਰ ਐਕਚੁਅਲੀ ਲਾਈਫ ਸਟਾਈਲਸ। ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਸ ਅਪਰੋਚ ਦੇ ਸਦਕਾ, ਉਸ ਅਪਰੋਚ ਨੂੰ ਲੈ ਕੇ ਉਸਨੂੰ ਦੇਵੀ ਦਾ ਪ੍ਰਸਾਦ ਮੰਨ ਲਿਆ ਜਾਏ ਤੇ ਉਹਨੂੰ ਲੈ ਲਿਆ ਜਾਏ। ਨਾ ਨਾ ਨਾ, ਜਿਵੇਂ ਜਿਵੇਂ ਅਕਲ ਆਈ, ਸੋਝੀ ਆਈ, ਸਮਝ ਆਈ, ਉਹਦੇ ਯੂਜ਼ ਨੂੰ, ਮੈਂ ਕਿਹਾ ਅੱਜ ਵੀ ਯੂਜ਼ ਹੁੰਦਾ, ਕਿਉਂ ਨਹੀਂ ਯੂਜ਼ ਨਾ ਹੋ। ਜੇ ਹੈਂਡ ਸੈਨੀਟਾਈਜ਼ਰ ਦੀ ਗੱਲ ਕੀਤੀ ਮੈਂ ਤੁਹਾਡੇ ਸਾਹਮਣੇ, ਪਰ ਅਪਰੋਚ ਆ। ਪਰ ਹਾਂ, ਕਈ ਵਾਰ ਐਸਾ ਹੋ ਜਾਂਦਾ ਹੈ, ਲੋਕ ਕਹਿਣਗੇ social drinking is not a bad thing if people know how to drink, so why don't people use wisely? That is also approach। ਬਿਲਕੁਲ ਠੀਕ ਗੱਲ ਹੋ ਸਕਦੀ ਤੁਹਾਡੀ। ਵਾਈਜ਼ ਡਰਿੰਕਿੰਗ ਕਲੱਬ ਚੱਲਦੇ ਟੋਰਾਂਟੋ ਦੇ ਵਿੱਚ, ਐਡਿਕਸ਼ਨ ਤੋਂ ਬਚਾਉਣ ਵਾਸਤੇ, ਹੋਰ ਚੀਜ਼ਾਂ ਤੋਂ। ਬਟ ਗੁਰਮਤਿ ਆਸ਼ੇ 'ਚ ਆ ਜਾਈਏ ਹੁਣ। ਗੁਰਮਤਿ ਆਸ਼ੇ 'ਚ ਗੁਰੂ ਨੇ ਬੜੀ ਕਮਾਲ ਕੀਤੀ। ਸਮਟਾਈਮ ਪੀਪਲ ਆਸਕ ਮੀ, ਭਾਈ ਸਾਹਿਬ do you drink? No, I don't. I never even try to taste it at all. Why? Because I'm totally clear in my mind. This is my Guru's order. बेड़े 'ਚ बैठ के जाके, पत्थर है डुब जाएगा पानी 'ਚ, ਆਪਾਂ बेड़े 'ਚ ਬਿਠਾਤਾ, बस ये गुरु का हुक्म है। ये मेरे वास्ते सोशल सैटिंग्स वास्ते वधिया या सोशल नॉर्म वास्ते वधिया या फलाने वास्ते घटिया, फलाने वास्ते। I don't have this debate at all. I'm totally out of that kind of discussion. रीजन एक डिसिपलिन है, हायर लेवल का डिसिपलिन। ये है गुरु के स्कूल ऑफ थॉट ਨੂੰ फॉलो ਕਰਨ ਲੱਗ ਜਾਣਾ। ਇਹ ਸਿਰਫ ਮੈਂ ਇੱਕ ਐਗਜ਼ਾਮਪਲ ਦਿੱਤੀ ਹੈ। देयर आर सो मैनी अदर एग्जाम्पल्स। बाबा जी ने बयान किया गुरमिल सागर तरिया, भव सागर है। फिर मैं मिनती करांगा, बाई चांस वी आर एक्चुअली डिस्कसिंग इट, लेट मी टेल यू वन थिंग। ਸਾਡੇ ਕੋਲ ਐਡਿਕਸ਼ਨਸ ਦੇ ਬਾਰੇ ਇਤਨੀ ਜ਼ਿਆਦਾ ਰਿਸਰਚ ਆ ਚੁੱਕੀ ਹੈ ਹੁਣ ਤੱਕ, ਇਹ ਪਤਾ ਲੱਗਦਾ ਆ ਕਿ ਸਭ ਤੋਂ ਵੱਧ ਲੋਕਾਂ ਨੂੰ ਕਿਦੋਂ ਪ੍ਰੋਬਲਮ ਹੁੰਦੀ ਹੈ, ਜਦੋਂ ਵੈਨ ਪੀਪਲ ਹੈਵ ਫੇਕ ਕੌਨਫੀਡੈਂਸ। ਆਈ ਨੋ ਹਾਊ ਟੂ ਕੰਟਰੋਲ, ਆਈ ਨੋ ਹਾਊ ਟੂ ਡਰਿੰਕ, ਆਈ ਨੋ ਹਾਊ ਟੂ ਯੂਜ਼, ਦੈਨ ਦੇ ਗੈਟ ਟਰੈਪਡ। ਬਿਕੋਜ਼ ਜਿਹੜੀ ਚੀਜ਼ ਐਸੇ ਕਰਕੇ ਸਾਡੇ ਘਰ ਸਿੱਧੇ ਤੌਰ ਤੇ ਬਾਤ ਕਹੀ ਗਈ, ਇੱਕ ਚੀਜ਼ ਦਾ ਅਮਲ ਹੋਣਾ ਚਾਹੀਦਾ ਹੈ। We should be addict only one thing, that is food. ਪ੍ਰਸ਼ਾਦਾ, ਅਮਲ ਪ੍ਰਸ਼ਾਦੇ ਦਾ, nothing else। ਉਹਦੇ ਬਿਨਾਂ ਤੁਸੀਂ ਰਹਿ ਨਹੀਂ ਸਕਦੇ, ਉਹ ਤੁਹਾਡੇ ਲਈ ਜ਼ਰੂਰੀ ਹੈ। ਬਾਕੀ ਸਾਰਾ ਕੁਝ ਜਿਹੜਾ ਆ ਇਹ ਤੇ ਜਸਟ ਤੁਹਾਡੀਆਂ ਚੋਇਸਿਸ ਨੇ, ਤੇ ਇਹ ਮੋਸਟਲੀ ਬੰਦਾ ਚੋਇਸਿਸ ਤੇ ਬਣਾਉਂਦਾ ਹੈ ਖੁਸ਼ੀ ਵਾਸਤੇ, ਅਲਟੀਮੇਟਲੀ ਉਹ ਗਮ ਵਿੱਚ ਲੈ ਜਾਂਦੀਆਂ ਨੇ ਉਸਨੂੰ। मैं उस पास से जे बहुत सारे एग्जाम्पल दे सकता, बट लेट मी एक्चुअली कम टूवर्ड द शब्द, योगी शब्द से फोकस करना है। गुरमिल सागर तरिया, हर चरण जपत निस्तरिया। हरि दे चरणां नूं जपदियां होयां निस्तरिया, निस कहंदे हनेरे नूं, हनेरे नूं अज्ञानता, इलिटरेशन, अमूढ़ता, क्योंकि इलिटरेशन ही बंदे नूं मार रही है। जे बंदे नूं पता होए किसी चीज़ बारे, सपोज जिहड़ा ज्ञान आ ਇਹ ਤੁਹਾਡੇ ਜੀਵਨ ਵਿੱਚ ਆਸਾਨੀ ਪੈਦਾ ਕਰਦਾ।
ਜਿਹੜਾ ਹਨੇਰਾ ਆ, ਅਗਿਆਨਤਾ ਆ, ਇਹ ਕਠਿਨਾਈ ਪੈਦਾ ਕਰਦੀ ਹੈ, ਤਕਲੀਫ ਪੈਦਾ ਕਰਦੀ ਹੈ। ਸਪੋਜ਼ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ। ਅੱਜ ਅਸੀਂ ਮਾਡਰਨ ਐਜੂਕੇਸ਼ਨ ਦੀ ਗੱਲ ਕਰਦੇ ਹਾਂ। ਮਾਡਰਨ ਐਜੂਕੇਸ਼ਨ ਨੂੰ ਜੇ ਕਿਤੇ ਬੰਦੇ ਨੂੰ ਯੂਜ਼ ਕਰਨਾ ਆ ਜੇ ਪ੍ਰੋਪਰਲੀ, ਸਪੋਜ਼ ਮੈਂ ਖੁਦ, ਹਾਲਾਂਕਿ ਇਹਦੀ ਡਿਬੇਟ ਬਹੁਤ ਸਾਰੇ ਲੋਕ ਡਿਫਰੈਂਟ ਵੇ ਨਾਲ ਕਰ ਸਕਦੇ ਨੇ। ਬੰਦੇ ਨੇ ਕਿਤੇ ਜਾਣਾ, ਇੱਕ ਡਾਇਰੀ ਰੱਖਣੀ ਹੈ, ਇੱਕ ਪੈਨ ਰੱਖਣਾ ਆ, ਹੋਰ ਬਹੁਤ ਸਾਰਾ ਸਮਾਨ ਚੱਕਣਾ ਆ। ਅੱਜ ਕੱਲ੍ਹ ਸਾਡੇ ਕੋਲ ਸਮਾਰਟ ਡਿਵਾਈਸਿਸ ਆ ਗਏ ਨੇ। ਸਮਾਰਟ ਦਾ ਮਤਲਬ ਇਹ ਹੈਗਾ ਕਿ ਬਹੁਤ ਜ਼ਿਆਦਾ ਸਮਝਦਾਰ, ਜਿਹਦੇ ਵਿੱਚ ਘੜੀ ਵੀ ਹੈ, ਤੁਹਾਡਾ ਕਲੌਕ ਵੀ ਉਹਦੇ 'ਚ ਆ ਗਿਆ, ਅਲਾਰਮ ਵੀ ਉਹਦੇ 'ਚ ਆ ਗਿਆ, ਕੰਪਿਊਟਰ ਵੀ ਉਹਦੇ 'ਚ ਆ ਗਿਆ, ਤੁਹਾਡੀ ਡਾਇਰੀ ਵੀ ਉਹਦੇ 'ਚ ਆ ਗਈ, ਤੁਹਾਡਾ ਕੈਮਰਾ ਵੀ ਉਹਦੇ ਵਿੱਚ ਆ ਗਿਆ, ਤੁਹਾਡਾ ਫੋਨ ਤੇ ਉਹਦੇ 'ਚ ਹੈ ਹੀ ਆ। ਦੇयर आर ਸੋ ਮੈਨੀ ਅਦਰ ਥਿੰਗਸ ਟੂ। ਸੋ ਹੁਣ ਜੇ ਬੰਦਾ ਅਜੇ ਵੀ ਇੰਨਾ ਸਾਰਾ ਸਮਾਨ, ਭਾਈ ਕਦ ਕੀ ਲੋੜ ਕੀ ਹੈ, ਉਹ ਹੈ ਇਕੱਲਾ ਉਹਦੇ 'ਚ ਉਸ ਤਰੀਕੇ ਦੇ ਨਾਲ। ਜਸਟ ਮੈਂ ਐਗਜ਼ਾਮਪਲ ਕਰ ਰਿਹਾ। ਮਤਲਬ ਇਹ ਜਿਵੇਂ ਜਿਵੇਂ ਬੰਦੇ ਦੇ ਕੋਲ ਲਿਟਰੇਸੀ ਦਾ ਲੈਵਲ ਵੱਧਦਾ ਆ, ਉਹਨੂੰ ਫਰੀਡਮ ਮਿਲਦੀ ਹੈ। ਅਤੇ ਜੇ ਆਪਾਂ ਇਹ ਸਾਰੇ ਨੂੰ ਬਾਹਰੂਨੀ ਦੁਨੀਆ ਤੋਂ ਅੰਦਰਲੀ ਦੁਨੀਆ ਵਿੱਚ ਲੈ ਆਈਏ, ਆਪਾਂ ਸਭ ਤੋਂ ਵੱਧ ਬੰਦਾ ਦੁੱਖ ਵਿੱਚ ਕਦੋਂ ਜਾਂਦਾ ਹੈ? ਸਭ ਤੋਂ ਵੱਡਾ ਦੁੱਖ ਦੋ ਚੀਜ਼ਾਂ ਜਨਰੇਟ ਕਰ ਰਹੀਆਂ ਨੇ ਬੰਦੇ ਦੇ ਵਿੱਚ। ਸਭ ਤੋਂ ਪਹਿਲੀ ਚੀਜ਼ ਜਿਹੜੀ ਮੰਨੀ ਗਈ ਹੈ ਉਹ ਹੈਗੀ ਹੈ ਜੈਲਸ, ਈਰਖਾ, ਐਨਵੀ ਕੰਪਲੈਕਸ ਜਿਹਨੂੰ ਕਿਹਾ ਜਾਂਦਾ। ਪੂਰੀ ਯੂਰਪ ਦੀ ਜਿਹੜੀ ਸਾਈਕੋਲੋਜੀ ਹੈ, ਸਾਰੇ ਦਾ ਸਾਰਾ ਉਹਦਾ ਫਲਸਫਾ ਸਾਈਮਨ ਫਰਾਇਡ ਨੇ ਇਹਦੇ ਤੇ ਘੜਿਆ ਸੀਗਾ, ਐਨਵੀ ਕੰਪਲੈਕਸ, ਕਿਉਂਕਿ ਇਹ ਬੇਸਿਕ ਚੀਜ਼ ਹੈ, ਇਹ ਤਕਲੀਫ ਹੈ। ਬੰਦਾ ਜਿਵੇਂ ਸਾਹਮਣੇ ਦੇਖਦਾ ਹੈ, ਆਪਣੇ ਤੋਂ ਜ਼ਿਆਦਾ ਗਲਾਈਡ ਕਰਦੀ ਹੋਈ ਚੀਜ਼ ਨਜ਼ਰ ਪੈਂਦੀ ਏ। ਸੈਕਿੰਡ ਚੀਜ਼ ਆਉਂਦੀ ਏ ਹੀਨ ਭਾਵਨਾ, ਜਿਹਨੂੰ ਅਸੀਂ ਕਹਿੰਦੇ ਹਾਂ ਇੱਕਦਮ ਬੰਦਾ ਜਿਹੜਾ ਹੈਗਾ ਉਸ ਤਰੀਕੇ ਨਾਲ ਆ ਜਾਂਦਾ ਹੈ ਇਨਫੀਰੀਟੀ ਕੰਪਲੈਕਸ ਵਿੱਚ। ਉਹ ਚੀਜ਼ ਆ ਗਈ ਸਾਹਮਣੇ ਤੋਂ ਰਿਫਲੈਕਟ ਹੋ ਕੇ। ਹਾਲਾਂਕਿ ਤੁਹਾਡਾ ਆਪਣਾ ਮਨ ਆ, ਤੁਸੀਂ ਆਪ ਵੀ ਕੰਪੇਅਰ ਕਰ ਰਹੇ ਹੋ। ਇਹੀ ਦੁੱਖ ਹੈ। ਹੁਣ ਇਸ ਦੁੱਖ ਚੋਂ ਕਿਵੇਂ ਨਿਕਲੇ ਬੰਦਾ ਬਾਹਰ? ਬਾਹਰੋਂ ਕੋਈ ਚੀਜ਼ ਮਦਦ ਨਹੀਂ ਕਰ ਸਕਦੀ। ਇੱਥੇ ਗਿਆਨ ਚਾਹੀਦਾ, ਤੇ ਇੱਥੇ ਗੁਰੂ ਕੇ ਚਰਨਾਂ ਨੂੰ ਜਪਦਿਆਂ ਹੋਇਆਂ ਆਪ ਇੱਕ ਰੰਗ ਹੋਰ ਦੇਖੋ। ਵੈਸੇ ਸੰਸਾਰ ਵਿੱਚ ਅੱਖਾਂ ਖੋਲ ਕੇ ਆਲੇ ਦੁਆਲੇ ਵੇਖ ਕੇ ਤੁਰਨਾ ਚਾਹੀਦਾ ਹੈ, ਪਰ ਜਦੋਂ ਸਮਝ ਨਹੀਂ ਹੈ, ਜੇ ਜ਼ਿਆਦਾ ਆਲੇ ਦੁਆਲੇ ਵੇਖੋਗੇ, ਜਿਵੇਂ ਅੱਜ ਹੈ ਬੱਚੇ ਨੇ 10-10, 12-12, 13-13, 14-14 ਸਾਲ ਦੇ ਬੱਚੇ ਡਿਸਟਰੈਕਟ ਹੋ ਗਏ ਨੇ। ਸਟੱਡੀ ਅਪੀਲ ਨਹੀਂ ਕਰ ਰਹੀ। ਕੁਝ ਰੀਜ਼ਨ, ਕਿਉਂਕਿ ਇਤਨਾ ਜ਼ਿਆਦਾ ਕੁਝ ਆਲੇ ਦੁਆਲੇ ਤੋਂ ਵੇਖ ਲਿਆ, ਓਬਜ਼ਰਵ ਕਰ ਲਿਆ, ਅੱਖਾਂ ਚੁੰਦੇ ਆ ਗਈਆਂ ਨੇ। ਹੁਣ ਉਸ ਏਜ ਦੇ ਵਿੱਚ ਜਿਹੜਾ ਇਹ ਐਕਸਪੋਜ਼ਰ ਆ, ਓਵਰ ਐਕਸਪੋਜ਼ਰ ਕਹਿ ਲਓ ਇਸ ਨੂੰ, ਇਹ ਮਾਰ ਰਿਹਾ। ਇਹਨ ਬਿਨ ਮਨੁੱਖੀ ਮਨ ਦੀ ਦੁਨੀਆ ਆ। ਜੇ ਆਪਾਂ ਨੂੰ, ਜਿਵੇਂ ਸਪੋਜ਼ ਅਸੀਂ ਗੁਰੂ ਸਾਹਿਬ ਨੂੰ ਬਹੁਤ ਸਾਰੀਆਂ ਟਰਮਨੋਲੋਜੀਜ਼ ਦੇ ਨਾਲ ਇੱਕ ਟਰਮਨੋਲੋਜੀ ਅਸੀਂ ਇਹ ਵੀ ਯੂਜ਼ ਕਰਦੇ ਹਾਂ, ਬਾਜਾਂ ਵਾਲੀ ਸਰਕਾਰ। ਬਾਜ ਜਿਹੜਾ ਫਾਲਕਨ ਹੈ, ਬਾਜ, ਉਸ ਨੂੰ ਗੁਰੂ ਸਾਹਿਬ ਨੇ ਕੋਲ ਰੱਖਿਆ। ਉਹਦੀ ਬਾਤ ਵਾਰ-ਵਾਰ ਹੁੰਦੀ ਹੈ। ਜੇਕਰ ਆਪ ਸਹੀ ਰੂਪ ਵਿੱਚ ਪੜ੍ਹੋਗੇ, ਲਿਟਰੇਚਰ 'ਚ ਜ਼ਿਕਰ ਮਿਲਦਾ, ਸ਼ਾਇਦ ਪ੍ਰੈਕਟੀਕਲ ਐਨੀਮਲ ਵਰਲਡ ਦੇ ਵਿੱਚ ਤਾਂ ਕੋਈ ਸਟੱਡੀ ਪਤਾ ਨਹੀਂ ਹੈ ਕਿ ਨਹੀਂ ਹੈ, ਨੈਵਰ ਗੋ ਥਰੂ ਵਿਦ ਦੈਟ, ਬਟ ਆਈ ਕੈਨ ਓਨਲੀ ਪ੍ਰੋਵਾਈਡ ਐਗਜ਼ਾਮਪਲ ਫਰੋਮ ਲਿਟਰੇਚਰ ਵਰਲਡ। ਉਹ 'ਚ ਕਿਹਾ ਜਾਂਦਾ ਕਿ ਜਿਵੇਂ ਚਿੜੀ ਦਾ ਬੱਚਾ ਆ ਜਾਂ ਕਬੂਤਰ ਦਾ ਬੱਚਾ ਆ, ਇਹ ਬਹੁਤ ਜਲਦੀ ਉੱਡਣ ਲੱਗ ਜਾਂਦਾ ਹੈ, ਬਹੁਤ ਜਲਦੀ। ਮੋਸਟਲੀ ਚਿੜੀਆਂ ਦੇ ਬੱਚੇ ਜਾਂ ਕਬੂਤਰ ਦੇ ਬੱਚੇ ਜਿਹੜੇ ਨੇ, ਜਿਹਨੂੰ ਬੋਟ ਕਹਿੰਦੇ ਆ ਪੰਜਾਬੀ 'ਚ ਅਸੀਂ, ਛੋਟੇ, ਉਹ ਮਰਦੇ ਹੀ ਤਾਂ ਨੇ ਕਿਉਂਕਿ ਉਹ ਜਲਦੀ ਦੇ ਨਾਲ ਜਿਹੜਾ ਉਹਨਾਂ ਦਾ ਨੈਸਟ ਹੁੰਦਾ, ਘਰੋਂਦਾ ਹੁੰਦਾ, ਘੁਰਨਾ, ਉਹਦੇ ਵਿੱਚੋਂ ਛਾਲ ਮਾਰਨ ਦੀ ਟਰਾਈ ਕਰ, ਥੱਲੇ ਡਿੱਗ ਜਾਂਦੇ ਨੇ, ਮਰ ਜਾਂਦੇ ਨੇ। ਜੇ ਉੱਡਦੇ ਵੀ ਨੇ ਤੇ ਬਹੁਤ ਛੋਟੀਆਂ ਛੋਟੀਆਂ, ਇੱਥੋਂ ਉੱਡ ਕੇ ਇਸ ਟਾਹਣੀ ਤੇ ਬੈਠੇ, ਇਸ ਟਾਹਣੀ ਤੇ ਛੋਟੀਆਂ ਛੋਟੀਆਂ ਉਡਾਰੀਆਂ ਭਰਦੇ ਨੇ। ਲਮੇਰੀ ਜਿਹੜੀ ਉਹਨਾਂ ਦੀ ਫਲਾਈ ਕਰਨ ਦੀ ਕੈਪੈਸਿਟੀ ਆ, ਉਹ ਨਹੀਂ ਹੁੰਦੀ। ਪਤਾ ਸਭ ਤੋਂ ਲੇਟ ਕਹਿੰਦੇ ਲਿਟਰੇਚਰ ਦੇ ਵਿੱਚ ਕਿਹਦਾ ਬੱਚਾ ਬਰਡਸ ਦੇ ਵਿੱਚ ਉੱਡਣ ਦੀ ਜਿਹੜਾ ਹੈਗਾ ਉੱਡਦਾ ਹੈਗਾ, ਉਹ ਹੈਗਾ ਬਾਜ। ਜਿਹੜਾ ਬਾਜ ਆ, ਇਹ ਆਪਣੇ ਬੱਚੇ ਨੂੰ ਘਰੋਂਦੇ ਤੋਂ ਬਾਹਰ ਨਿਕਲਣ ਦਿੰਦੇ ਨਾ। ਉਹਨੂੰ ਪਤਾ ਹੈ ਇਹ ਦੁਨੀਆ ਜਿਹੜੀ ਹੈਗੀ ਹੈ, ਅਜੇ ਇਹਨੂੰ ਐਕਸਪੋਜ਼ਰ ਨਹੀਂ ਚਾਹੀਦਾ ਇਹਦਾ। ਨੋ ਨੋ,
ਇਹਨੂੰ ਆਪਣੇ ਆਪ ਨੂੰ ਬਿਲਡ ਕਰਨ ਦੀ ਲੋੜ ਹੈ ਹਾਲੇ। ਲੈਟ ਹਿਮ ਔਰ ਹਰ ਬਿਲਡ ਹਿਮਸੈਲਫ। ਜਦੋਂ ਉਸ ਲੈਵਲ ਤੇ ਉਹ ਬਿਲਡ ਕਰ ਲੈਂਦਾ ਆਪਣੇ ਆਪ ਨੂੰ, ਫਿਰ ਬਾਜ ਦਾ ਬੱਚਾ ਜਿਹੜਾ ਆ ਉਹ ਆਪਣੀ ਮਾਂ ਨਾਲ, ਜਿਹੜਾ ਬਾਜ਼ ਆ ਇਹ ਵਰਡ ਫੈਮਿਨਨ ਹੈਗਾ ਐਕਚੁਅਲੀ, ਜਿਹੜਾ ਇਹਦੇ 'ਚ ਮੈਸਕੂਲਿਨ ਵਰਡ ਹੈਗਾ, ਜਿਹੜੀ ਫਾਲਕਨ ਫੈਮਿਲੀ ਹੈਗੀ ਇਹਦੇ ਅੰਦਰ, ਉਹ ਹੈਗਾ ਸਾਡੀ ਜ਼ਬਾਨ ਦੇ ਵਿੱਚ ਜ਼ੁਰਰੇ। ਜ਼ੁਰਰਾ ਜਿਹੜਾ ਹੈਗਾ ਇਹ ਮੈਸਕੂਲਿਨ ਆ, ਬਾਜ਼ ਫੈਮਿਨਨ ਆ। ਫੈਮਿਨਨ ਜਿਹੜਾ ਇਹ ਪੰਛੀ ਹੈ ਇਹ ਬੱਚੇ ਦੀ ਪੂਰੀ ਰਿਸਪੌਂਸਿਬਿਲਿਟੀ ਲੈਂਦਾ ਹੈ। ਉਹ ਫਿਰ ਕੀ ਕਰਦਾ, ਜਦੋਂ ਉੱਡਣ ਲੱਗਦਾ ਉਹ ਫਿਰ ਬੱਚਾ ਆਪਣੀ ਮਾਂ ਨਾਲ ਲੜਦਾ ਹੈ, ਉਹਨੂੰ ਲੜਨ ਦਿੰਦਾ, ਅਲਾਓ ਕਰਦਾ ਉਹਨੂੰ, ਉਹ ਲੜ ਕੇ ਫਿਰ ਘਰੋਂਦੇ ਚੋਂ ਬਾਹਰ ਨਿਕਲਦਾ। ਜਦੋਂ ਨਿਕਲਦਾ ਹੈ ਫਿਰ ਉਹ ਪੂਰੀ ਜ਼ਬਰਦਸਤ ਪ੍ਰਵਾਸ ਭਰਦਾ ਆ। ਬੰਦਾ ਜਦੋਂ ਵਿਜਨਰੀ ਹੋ ਜਾਏ ਨਾ, ਜਦੋਂ ਗੁਰੂ ਉਹਦੀਆਂ ਅੱਖਾਂ 'ਚ ਵਸ ਜਾਏ, ਅਸੀਂ ਸ਼ਬਦ ਪੜ੍ਹਦੇ ਹੈਗੇ ਆ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਤੇ ਗੁਰੂ ਸਿਖਾਏਗਾ ਨਾ, ਗਿਆਨ ਅੰਜਨ ਗੁਰ ਦੀਆ, ਸੁਰਮ ਸਲਾਈਆਂ ਪਾਏਗਾ ਅੱਖਾਂ ਦੇ ਵਿੱਚ, ਤਾਂ ਦੁਨੀਆ ਦਿਸੇਗੀ ਸਹੀ ਤਰੀਕੇ ਨਾਲ। ਨਹੀਂ ਤੇ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਨੇ, ਇਹ ਬੰਦਾ ਮਾੜਾ ਜਿਹਾ ਬਾਹਰ ਗਿਆ ਨਹੀਂਗਾ, ਕਿਸੇ ਦਾ ਕੱਪੜਾ ਦੇਖਿਆ, ਕਿਸੇ ਦੀ ਗੱਡੀ ਦੇਖੀ, ਕਿਸੇ ਦਾ ਘਰ ਦੇਖਿਆ, ਸਾਰੀ ਜੈਲਸ ਚੱਕ ਕੇ ਰਾਤ ਦੀ ਨੀਂਦ ਗਈ ਬੰਦੇ ਦੀ ਤੇ ਡਨ। ਹੁਣ ਇਹ ਸੋਚ 'ਚ ਕਿਵੇਂ ਜੀਏਗਾ ਉਹ? ਇੱਥੇ ਫਿਰ ਹਾਇਰ ਲੈਵਲ ਦੀ ਥਿੰਕਿੰਗ ਕਿਵੇਂ ਆਏਗੀ? ਇੱਥੇ ਫਿਰ ਕਿਵੇਂ ਆਏਗਾ ਕਿ ਮੈਂ ਨਿਸ਼ਕਾਮ ਹੋ ਜਾਵਾਂ? ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਿਵੇਂ ਹੋਏਗਾ ਇਹ ਜਿਹੜੀ ਚੀਜ਼ ਆ ਇਹ ਇੱਥੋਂ ਹੀ ਆਏਗੀ ਨਾ, ਜਦੋਂ ਬੰਦਾ ਗੁਰੂ ਦੇ ਉਸ ਆਸ਼ੇ ਨੂੰ ਧਿਆਏਗਾ, ਜਪੇਗਾ, ਆਰਾਧੇਗਾ। ਇਹ ਗੁਰੂ ਦੀ ਜੌਬ ਆ। ਗੁਰੂ ਕਹਿੰਦਾ ਹੈ ਸਾਰੀ ਦੁਨੀਆ ਤੇਰੀ ਹੈ, ਐਕਸਪੋਜ਼ਰ ਤੂੰ ਪੂਰੀ ਦੁਨੀਆ ਦਾ ਲੈ, ਪਰ ਵਿਜ਼ਨ ਲੈ ਕੇ ਤੇਰੇ ਕੋਲ ਐਬਿਲਿਟੀ ਹੋਈ ਚੀਜ਼ਾਂ ਨੂੰ ਪ੍ਰੋਸੈਸ ਕਰਨ ਦੀ, ਸਮਝਣ ਦੀ, ਅੰਡਰਸਟੈਂਡ ਕਰਨ। ਦੈਟਸ ਵਾਈ ਗੁਰਮਤਿ ਇਜ਼ ਅਸੈਂਸ਼ੀਅਲ ਪਾਰਟ ਐਜ਼ ਅ ਹਿਊਮਨ ਬੀਇੰਗ। ਬਾਬਾ ਜੀ ਸੇਇੰਗ ਹੇਅਰ ਹਰ ਚਰਨ ਜਪਤ ਨਿਸਤਰਿਆ। ਜਦੋਂ ਹਰੀ ਦੇ ਚਰਨ ਜਪ ਲਏ, ਮੀਨ ਪਕੜ ਲਏ, ਫਿਰ ਨਿਸਤਰਿਆ, ਫਿਰ ਪਾਰ ਹੋ ਗਿਆ। ਅਗਲਾ ਬਚਨ ਲਿਖਿਆ ਹੈ, ਹਰ ਚਰਨ ਧਿਆਏ ਸਭ ਫਲ ਪਾਏ, ਮਿਟੇ ਆਵਣ ਜਾਣਾ। ਜਿੰਨੇ ਚਰਨ ਧਿਆਈ ਗਿਆ ਜੀਵਨ ਸਫਲਾ ਹੋ ਗਿਆ, ਸਭ ਫਲ ਪ੍ਰਾਪਤ ਹੋ ਗਏ। ਮਿਟੇ ਆਵਣ ਜਾਣਾ, ਮੋਕਸ਼ਾ, ਮੁਕਤੀ, ਨਿਰਵਾਣਾ, ਸਾਲਵੇਸ਼ਨ, ਆਣਾ ਜਾਣਾ। There is no more reincarnation. No, it's done, over. ਲਾਈਫ ਜਿਹੜੀ ਹੈ ਇੱਕ ਤਰ੍ਹਾਂ ਦੇ ਨਾਲ ਬਿਲਕੁਲ ਉਸ ਲਾਈਟ ਲੈਵਲ ਤੇ ਆ ਗਈ ਜਿੱਥੇ ਕੋਈ ਚੀਜ਼ ਰਹੀ ਨਹੀਂ ਗਈ। ਕਿਉਂਕਿ ਹਰ ਜਿੰਨੀਆਂ ਬੰਦੇ ਦੀਆਂ ਖਾਸ਼ਾਂ, ਇੱਛਾਵਾਂ ਇਹੀ ਤੰਗ ਕਰਦੀਆਂ ਨੇ, ਜਦੋਂ ਇਹ ਸਾਰੀਆਂ ਨੂੰ ਲਿਮਿਟ ਕਰ ਲਿਆ ਉਸਨੇ, ਆਪਣੇ ਆਪ ਨੂੰ ਇਹਨਾਂ ਸਾਰੇ ਤੋਂ ਲਿਬਰੇਟ ਕਰ ਲਿਆ, ਭਈ ਇਹ ਲਿਬਰੇਸ਼ਨ ਜਿਹੜੀ ਹੈ ਇਹੀ ਸੈਲਵੇਸ਼ਨ ਵਿੱਚ ਕਨਵਰਟ ਹੋਏਗੀ। ਸਭ ਨੇ ਕਿਹਾ ਮਿਟੇ ਆਵਣ ਜਾਣਾ। ਫਿਰ ਕਿਆ ਭਾਏ ਭਗਤ ਸੁਭਾਏ ਹਰ ਜਪ ਆਪਣੇ ਪ੍ਰਪਾਵਾਂ। ਭਾਏ ਭਗਤ ਸੁਭਾਏ ਹਰ ਜਪ। ਸੁਭਾਏ ਸਹਿਜ ਸੁਭਾਏ, ਸੁਭਾ ਬਣ ਗਿਆ। ਸੁਤੇ ਸਿੱਧ ਬੰਦੇ ਨੂੰ ਵੈਸੇ ਸਿਮਰਨ ਬਾਰੇ ਕਿਹਾ ਗਿਆ, ਸਾਹ ਅੰਦਰ ਜਾਵੇ ਇਸ ਤਰ੍ਹਾਂ, ਬਾਹਰ ਆਵੇ ਇਸ ਤਰ੍ਹਾਂ, ਬਸ ਹਰ ਵਕਤ। ਭਾਈ ਹਰ ਗਰਾਸ, ਹਰ ਸਾਹ, ਉਹਦੇ ਤੋਂ ਦੂਰ ਕਿਵੇਂ ਜਾਵਾਂਗੇ? ਉਹਦੀ ਮੌਜੂਦਗੀ, ਉਹਦਾ ਅਹਿਸਾਸ ਸੁਰਤ ਨੇ ਇਤਨਾ ਡੀਪ ਲੈਵਲ ਤੇ ਪਕੜ ਲਿਆ ਹੈ, ਗ੍ਰੈਬ ਕਰ ਲਿਆ ਹੈ। ਹੁਣ ਉਹ ਤਿੰਜ ਲੱਗਦਾ ਜਿਵੇਂ ਸਾਹਾਂ ਦੇ ਵਿੱਚ ਵਸ ਗਿਆ ਹੈ, ਉਹਦਾ ਸਾਹਾਂ 'ਚ ਵਸੇਬਾ ਹੋ ਗਿਆ ਹੈ। ਉਹਨੂੰ ਸਾਹਿਬ ਨੇ ਕਿਹਾ ਕਿ ਹਲ ਤੇ ਬਣ ਗਈ, ਭਾਏ ਭਗਤ ਸੁਭਾਏ ਹਰ ਜਪ ਆਪਣੇ ਪ੍ਰਪਾਵਾਂ। ਫਿਰ ਉਸ ਪ੍ਰਭੂ ਨੂੰ ਮੈਂ ਇਸ ਤਰੀਕੇ ਨਾਲ ਭਾ ਗਿਆ, ਚੰਗਾ ਲੱਗ ਗਿਆ। ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ। ਤੇ ਇਹ ਮੇਰੇ ਮਨ ਉਹਨੂੰ ਹੀ ਜਪ ਜਿਹੜਾ ਇੱਕ ਹੀ ਹੈ, ਅਲਖ ਆ, ਅਪਾਰ ਆ, ਦਿਸਦਾ ਨਹੀਂ, ਸਾਰੇ ਤੋਂ ਉਰਵਾਰਲੇ ਪਾਰਲਾ ਬੰਨਾ ਉਹਦਾ ਕੋਈ ਨਹੀਂ। ਪੂਰਨ ਤਿਸ ਬਿਨਾ ਨਹੀਂ ਕੋਈ, ਉਹ ਤੋਂ ਬਿਨਾ ਕੁਝ ਹੋਰ ਹੈ ਹੀ ਨਹੀਂਗਾ। ਬਿਨਵੰਤ ਨਾਨਕ ਗੁਰ ਪਰਮਖ ਹੋਇਆ, ਜਦ ਦੇਖਾਂ ਤਤ ਸੋਈ। ਇਹ ਨਾਨਕ ਕਹਿ ਬਿਨਤੀ ਕਰ ਇਸ ਗੱਲ ਦੀ, ਗੁਰ ਪਰਮਖ ਹੋਇਆ। ਗੁਰੂ ਨੇ ਮੇਰੇ ਸਾਰੇ ਭਰਮ ਕੱਢ ਦਿੱਤੇ, ਕਨਫਿਊਜ਼ਨ, ਇਲਿਟਰੇਸ਼ਨ, ਐਨੀ ਕਾਈਂਡ ਆਫ। ਹੁਣ ਕੋਈ ਇਲਿਊਜ਼ਨ ਨਹੀਂਗਾ, ਕੋਈ ਹੈ ਹੀ ਨਹੀਂਗਾ। ਕੋਈ ਚੀਜ਼ ਨਾ ਭੁਲੇਖਾ ਪੈਦਾ ਕਰਦੀ ਹੈ, ਨਾ ਕਿਸੇ ਕਿਸਮ ਦੇ ਨਾਲ ਕਨਫਿਊਜ਼ਨ ਕ੍ਰੀਏਟ ਕਰਦੀ ਹੈ, ਮਤਲਬ ਦੁਰਾਹਾ, ਕੋਈ ਡੁਐਲਿਟੀ, ਨਥਿੰਗ। ਭਰਮ ਕੱਟੇ ਗਏ ਸਾਰੇ।
ਹੁਣ ਸਭ ਚੀਜ਼ ਕ੍ਰਿਸਟਲ ਕਲੀਅਰ ਆ। ਬਿਨਵੰਤ ਨਾਨਕ ਗੁਰ ਪਰਮਖ ਹੋਇਆ, ਜਤ ਦੇਖਾਂ ਤਤ ਸੋਈ। ਹੁਣ ਜਿੱਧਰ ਦੇਖਦਾ ਉਹੀ ਹੈ, ਉਹੀ ਹੈ, ਉਸ ਤੋਂ ਬਿਨਾਂ ਕੁਝ ਹੋਰ ਹੈ ਨਹੀਂਗਾ। ਜਿਹਨੂੰ ਅਸੀਂ ਬਚਨ ਪੜ੍ਹਦੇ ਹਾਂ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਚਾਰ ਚਪੇਰੇ ਹਰ ਪਾਸੇ ਉਹੀ ਪ੍ਰੇਮ ਮੂਰਤ, ਪ੍ਰੇਮ ਸਮੂਰਤ ਉਹਦਾ ਫੈਲਾ ਹੈ। ਸਭ ਰਹਿਮਤ ਕਰਨ, ਇਹਨਾਂ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਨਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਇਹ ਦਿਲੀ ਅਰਦਾਸ, ਦਿਲੀ ਬੇਨਤੀ ਹੈ ਕਰਤਾਰ ਦੇ ਚਰਨਾਂ 'ਚ। ਇੰਨੀਆਂ ਬੇਨਤੀਆਂ ਨਾਲ ਸਮਾਪਤੀ ਕਰਦਾ ਹਾਂ। ਨਾਲ ਹੀ ਅਰਦਾਸ ਹੈ ਉਹਨਾਂ ਕਿਰਸਾਨ ਮਾਈ ਭਾਈ ਵਾਸਤੇ, ਉਹਨਾਂ ਨੂੰ ਸਫਲਤਾ ਮਿਲੇ, ਉਹਨਾਂ ਨੂੰ ਚੜ੍ਹਦੀ ਕਲਾ ਹੋਏ ਉਹਨਾਂ ਦੀ। ਇੱਥੇ ਹੀ ਸਮਾਪਤੀ ਕਰੀਏ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।